ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਧੰਨ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ 161 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰਾਂਗੇ ਤੇ ਪਾਵਨ ਸ਼ਲੋਕ ਪਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1373 ਤੇ ਅੰਕਿਤ ਹੈ। ਕਬੀਰ ਥੂਨੀ ਪਾਈ ਥਿਤ ਪਈ ਸਤਗੁਰ ਬੰਧੀ ਧੀਰ, ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ। ਥੂਨੀ ਦਾ ਮਤਲਬ ਹੈਗਾ ਥੰਮੀ, ਥੂਨੀ ਥੰਮੀ। ਥਿਤ ਪਈ ਦਾ ਮਤਲਬ ਹੁੰਦਾ ਹੈ ਸਥਿਤੀ, ਯਾਨੀ ਟਿਕਾਵ, ਮਨ ਦਾ ਟਿਕਾਵ ਜਿਹੜਾ। ਸਤਗੁਰ ਬੰਧੀ ਧੀਰ, ਧੀਰ ਦਾ ਮਤਲਬ ਧੀਰਜ ਬਣਾ ਦਿੱਤੀ, ਧੀਰਜ ਬਣਾ ਦਿੱਤੀ। ਤਾਂ ਇਸ ਸਾਰੇ ਸ਼ਲੋਕ ਦਾ ਅਰਥ ਪੰਕਤੀ ਦਾ ਇਹ ਹੋਏਗਾ ਕਿ ਇਹ ਕਬੀਰ, ਜਿਸ ਮਨੁੱਖ ਨੂੰ ਸਤਿਗੁਰ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ, ਥੂਨੀ ਪਾਈ ਦਾ ਮਤਲਬ ਸਤਿਗੁਰ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ। ਥਿਤ ਪਈ ਦਾ ਮਤਲਬ ਉਹਦੇ ਅੰਦਰ ਟਿਕਾਵ ਬਣ ਜਾਂਦਾ ਹੈ, ਉਹਦਾ ਮਨ ਊਚ ਭਵਨ ਕਨ ਕਾਮਨੀ, ਜੋ ਪਿਛਲੇ ਸ਼ਲੋਕ ਅਸੀਂ ਵਿਚਾਰ ਆਏ ਆ, ਉਹਨਾਂ ਵੱਲ ਫਿਰ ਭਟਕਦਾ ਨਹੀਂ। ਪ੍ਰਭੂ ਚਰਨਾਂ ਦੇ ਅੰਦਰ ਉਹਦਾ ਮਨ ਸਦਾ ਵਾਸਤੇ ਟਿਕ ਜਾਂਦਾ ਹੈ। ਜਿਹਨੂੰ ਸਤਿਗੁਰ ਦੇ ਸ਼ਬਦ ਦਾ ਸਹਾਰਾ ਮਿਲ ਗਿਆ, ਜਿਹਨੂੰ ਸਤਿਗੁਰੂ ਜੀ ਨੇ ਧੀਰਜ ਦਿੱਤੀ, ਸਹਾਰਾ ਦਿੱਤਾ, ਆਸਰਾ ਦਿੱਤਾ। ਧੀਰਜ ਦੇਣ ਦਾ ਮਤਲਬ ਸਹਾਰਾ ਦੇਣਾ। ਥਿਤ ਪਈ ਦਾ ਮਤਲਬ ਉਹਦੇ ਅੰਦਰ ਟਿਕਾਵ ਬਣ ਗਿਆ, ਉਹਦਾ ਮਨ ਫਿਰ ਵਿਕਾਰਾਂ ਵੱਲ ਭਟਕਦਾ ਨਹੀਂ ਹੈ। ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ। ਹੀਰਾ ਦਾ ਮਤਲਬ ਪ੍ਰਭੂ ਦੇ ਸ਼ੁਭ ਗੁਣ, ਰੱਬੀ ਹੁਕਮ। ਬਨਜਿਆ ਦਾ ਮਤਲਬ ਹੁੰਦਾ ਹੈ ਵਣਜਣਾ, ਖਰੀਦਣਾ, ਪ੍ਰਾਪਤ ਕਰਨਾ। ਮਾਨ ਸਰੋਵਰ ਦਾ ਮਤਲਬ ਹੈ ਸਤਸੰਗਤ, ਤੇ ਤੀਰ ਦਾ ਮਤਲਬ ਹੈ ਕੰਡਾ। ਮਾਨ ਸਰੋਵਰ ਇੱਕ ਸਰੋਵਰ ਵੀ ਮੰਨਿਆ ਜਾਂਦਾ ਹੈ, ਪਰ ਇੱਥੇ ਮਾਨ ਸਰੋਵਰ ਦਾ ਅਰਥ ਸਤਸੰਗਤ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਆਪਣਾ ਮਨ ਸਤਿਗੁਰ ਦੇ ਹਵਾਲੇ ਕਰਕੇ ਉਹ ਮਨੁੱਖ ਸਤਸੰਗ ਦੇ ਅੰਦਰ ਜਾ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ, ਜੋ ਪ੍ਰਭੂ ਦਾ ਅਮੁੱਲਕ ਨਾਮ ਹੈ, ਨਾਮ ਦਾ ਮਤਲਬ ਹੁਕਮ, ਰੱਬੀ ਜੋ ਗੁਣ ਨੇ, ਉਹਨਾਂ ਦਾ ਵਣਜ ਵਪਾਰ ਕਰਦਾ ਹੈ। ਭਾਵ ਕਿ ਉਹਨੂੰ ਉਸ ਹੁਕਮ ਦੀ ਸੂਝ ਮਿਲ ਜਾਂਦੀ ਹੈ, ਉਹਨੂੰ ਸ਼ੁਭ ਗੁਣ ਮਿਲ ਜਾਂਦੇ ਨੇ, ਔਰ ਉਹ ਹੁਕਮ ਰਜ਼ਾਈ ਜ਼ਿੰਦਗੀ ਜੀਂਦਾ ਹੈ। ਕੌਣ ਜੀਂਦਾ ਹੈ? ਜਿਹਨੂੰ ਸਤਿਗੁਰ ਦੇ ਸ਼ਬਦ ਦਾ ਸਹਾਰਾ ਮਿਲ ਜਾਏ। ਤਾਂ ਇਥੋਂ ਸਾਨੂੰ ਜ਼ਿੰਦਗੀ ਜੀਣ ਲਈ ਜੋ ਆਦੇਸ਼ ਹੈ, ਉਪਦੇਸ਼ ਹੈ, ਜਾਂ ਵੇ ਆਫ ਲਾਈਫ ਦਿੱਤਾ ਜਾ ਰਿਹਾ ਹੈ, ਉਹ ਇਹ ਹੈ ਕਿ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਹੈ, ਗੁਰੂ ਦੇ ਸ਼ਬਦ ਦਾ ਸਹਾਰਾ ਲੈਣਾ ਹੈ। ਸ਼ਬਦ ਦਾ ਮਤਲਬ ਉਪਦੇਸ਼, ਗੁਰੂ ਦਾ ਗਿਆਨ। ਗੁਰੂ ਗਿਆਨ ਰਾਹੀਂ ਫਿਰ ਸਾਨੂੰ ਰੱਬੀ ਹੁਕਮ ਦੀ ਸਮਝ ਪਵੇਗੀ। ਸਾਨੂੰ ਇਹ ਚੀਜ਼ ਸਮਝ ਆਏਗੀ ਕਿ ਆ ਪੂਰਾ ਸੰਸਾਰ ਕਿਸੇ ਵਿਧੀ ਵਿਧਾਨ ਦੇ ਅੰਦਰ, ਕਿਸੇ ਨਿਯਮਾਵਲੀ ਦੇ ਅੰਦਰ ਚੱਲ ਰਿਹਾ ਹੈ, ਤੇ ਇਸ ਨਿਯਮਾਵਲੀ ਤੋਂ ਬਾਹਰ ਅਸੀਂ ਕੁਝ ਨਹੀਂ ਕਰ ਸਕਦੇ। ਤਾਂ ਇਸ ਤਰ੍ਹਾਂ ਫਿਰ ਉਹਦਾ ਜੋ ਮਨ ਹੈ, ਰੱਬੀ ਗੁਣਾਂ ਦੇ ਨਾਲ ਜੁੜੇਗਾ, ਰੱਬੀ ਰਜ਼ਾ ਦੇ ਵਿੱਚ ਰਹੇਗਾ, ਤੇ ਉਸ ਦਾ ਮਨ ਟਿਕਾਵ ਵਿੱਚ ਆ ਜਾਏਗਾ। ਉਹਦਾ ਮਨ ਊਚ ਭਵਨ ਕਨ ਕਾਮਨੀ ਔਰ ਵਿਕਾਰ ਤੇ ਪਾਪ ਅਪਰਾਧਾਂ ਵਾਲੇ ਪਾਸੇ ਨਹੀਂ ਦੌੜੇਗਾ। ਉਸ ਇਨਸਾਨ ਨੂੰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਾਪਤ ਹੋ ਜਾਏਗਾ। ਕਬੀਰ ਹਰ ਹੀਰਾ ਜਨ ਜੌਹਰੀ ਲੈ ਕੈ ਮਾਂਡੈ ਹਾਟ। ਇਹਨੂੰ ਲੈ ਕੈ ਪੜਨਾ ਹੈ, ਲੈ ਕੇ ਨਹੀਂ, ਲੈ ਕੇ ਵੀ ਨਹੀਂ ਪੜਨਾ, ਲੈ, ਕਿਉਂਕਿ ਲੱਲੇ ਤੇ ਕੱਲੀ ਲਾਂ ਹੈ, ਕੱਕੇ ਤੇ ਲਾਵਾਂ ਨੇ। ਇਸ ਦਾ ਉਚਾਰਨ ਇਸ ਤਰ੍ਹਾਂ ਹੋਏਗਾ, ਕਬੀਰ ਹਰ ਹੀਰਾ ਜਨ ਜੌਹਰੀ ਲੈ ਕੈ ਮਾਂਡੈ ਹਾਟ, जब ही पाइयह पारखू तब हीरन की साट। पाइयह शब्द ਕਿਰਿਆਵਾਚੀ ਸ਼ਬਦ ਹੈ, ਔਰ ਜਦੋਂ ਵੀ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਲੱਗੀ ਹੁੰਦੀ ਹੈ,
ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ ਤੇ ਉਸ ਦਾ ਉਚਾਰਨ ਨਾਸਕੀ ਕੀਤਾ ਜਾਂਦਾ ਹੈ। ਇਹ ਚੀਜ਼ ਆਪਾਂ ਗਰੁੱਪ ਦੇ ਵਿੱਚ ਪਾਈ ਹੋਈ ਹੈ ਤੇ ਤੁਸੀਂ ਪੜ੍ਹ ਵੀ ਲਿਆ ਹੋਵੇਗਾ। ਹਰ ਹੀਰਾ ਜੋ ਰੱਬ ਹੈ ਇੱਕ ਹੀਰਾ ਹੈ, ਕੀਮਤੀ ਹੀਰਾ ਹੈ। ਪ੍ਰਭੂ ਦੇ ਜੋ ਗੁਣ ਨੇ ਉਹ ਕੀਮਤੀ ਹੀਰੇ ਨੇ। ਜਨ ਜੌਹਰੀ, ਜੌਹਰੀ ਦਾ ਮਤਲਬ ਹੁੰਦਾ ਹੈ ਜਿਹੜਾ ਜਵਾਹਰਾਤਾਂ ਨੂੰ ਵੇਚਦਾ ਹੈ, ਜੋ ਹੀਰੇ ਦੀ ਪਰਖ ਕਰਦਾ ਹੈ, ਵਪਾਰੀ। ਲੇਕ ਹੈ ਦਾ ਮਤਲਬ ਨਾਮ ਹੀਰਾ ਲੈ ਕੇ, ਰੱਬੀ ਗੁਣ ਲੈ ਕੇ, ਧਾਰਨ ਕਰਕੇ। ਮਾਂਡਾ ਦਾ ਮਤਲਬ ਹੁੰਦਾ ਹੈ ਸਜਾਣਾ, ਜਿਵੇਂ ਅਸੀਂ ਸੋਹਿਲਾ ਸਾਹਿਬ ਵਿੱਚ ਪੜ੍ਹਦੇ ਨਾ, ਮੰਡਲ ਮੰਡਾ ਹੈ। ਮੰਡਾ ਦਾ ਮਤਲਬ ਹੁੰਦਾ ਹੈ, ਮਾਂਡੇ ਦਾ ਮਤਲਬ ਹੁੰਦਾ ਹੈ ਸਜਾਣਾ। ਹਾਟ ਦਾ ਮਤਲਬ ਹੱਟੀ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਜੋ ਰੱਬੀ ਗੁਣ ਨੇ ਉਹ ਮਾਨੋ ਹੀਰੇ ਨੇ। ਪ੍ਰਭੂ ਦਾ ਹੁਕਮ, ਰੱਬ ਦੇ ਗੁਣ, ਇਹ ਹੀਰੇ ਨੇ। ਜਨ ਜੌਹਰੀ ਤੇ ਜੋ ਪ੍ਰਭੂ ਦੇ ਦਾਸ ਨੇ ਉਹ ਉਸ ਹੀਰੇ ਦੇ ਵਪਾਰੀ ਨੇ। ਲੇਕ ਹੈ, ਮੰਡ ਹੈ, ਹਾਟ, ਤੇ ਉਹ ਇਹਨਾਂ ਗੁਣਾਂ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਧਾਰਨ ਕਰਕੇ। ਮੰਡ ਹੈ, ਹਾਟ ਦਾ ਮਤਲਬ ਆਪਣੀ ਹੱਟੀ ਨੂੰ ਉਹ ਸਜਾਉਂਦਾ ਹੈ। ਤੇ ਇੱਥੇ ਹੱਟੀ ਕਿਹੜੀ ਹੈ? ਸਾਡਾ ਹਿਰਦਾ, ਸਾਡੀ ਸੋਚ, ਸਾਡੀ ਮੈਂਟੈਲਿਟੀ। ਤਾਂ ਪ੍ਰਭੂ ਦੇ ਗੁਣ ਹੀਰਿਆਂ ਵਰਗੇ ਕੀਮਤੀ ਨੇ। ਪ੍ਰਭੂ ਦੇ ਦਾਸ ਉਹ ਨੇ ਜੋ ਉਹਨਾਂ ਹੀਰਿਆਂ ਗੁਣਾਂ ਦੇ ਵਪਾਰੀ ਨੇ। ਉਹਨਾਂ ਗੁਣਾਂ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਂਦੇ ਨੇ। ਯਾਨੀ ਰੱਬ ਦਾ ਪਿਆਰਾ ਉਹਨੂੰ ਕਿਹਾ ਜਾ ਸਕਦਾ ਹੈ ਜੋ ਗੁਣਾਂ ਦਾ ਧਾਰਨੀ ਹੋ ਕੇ ਆਪਣੀ ਸੋਚ ਨੂੰ, ਆਪਣੇ ਜੀਵਨ ਨੂੰ ਸੋਹਣਾ ਬਣਾਉਂਦਾ ਹੈ। ਜਬ ਹੀ ਪਾਈਐ ਪਾਰਖੂ, ਪਾਰਖੂ ਦਾ ਮਤਲਬ ਪਰਖ ਕਰਨ ਵਾਲੇ। ਤਾਂ ਹੁਣ ਦੁਕਾਨ ਦੇ ਉੱਤੇ ਸਮਾਨ ਸਜਾ ਦਿੱਤਾ ਜਾਏ, ਡਿਸਪਲੇ ਕੀਤਾ ਜਾਏ, ਤਾਂ ਫਿਰ ਜਿਹੜੇ ਜ਼ਰੂਰਤਮੰਦ ਨੇ ਨਾ, ਜਿਨ੍ਹਾਂ ਨੂੰ ਪਰਖ ਹੁੰਦੀ ਸਮਾਨ ਦੀ, ਫਿਰ ਉਹ ਸਮਾਨ ਖਰੀਦਣ ਵਾਸਤੇ ਆਉਂਦੇ ਨੇ। ਜਬ ਹੀ ਪਾਈਏ ਪਾਰਖੂ, ਤੇ ਜਦੋਂ ਇਹਨਾਂ ਗੁਣਾਂ ਦੀ ਕਦਰ ਕਰਨ ਵਾਲਾ ਬੰਦਾ ਕੋਈ ਮਿਲਦਾ ਹੈ ਨਾ, ਤਬ ਹੀਰਨ ਕੀ ਸਾਟ। ਹੀਰਨ ਦਾ ਮਤਲਬ ਹੈ, ਤੇ ਹੀਰੇ ਸ਼ਬਦ ਦਾ ਬਹੁਵਚਨ ਹੈ, ਹੀਰੇ ਦਾ ਬਹੁਵਚਨ ਹੀਰਨ। ਹੀਰਨ ਦਾ ਮਤਲਬ ਰੱਬੀ ਗੁਣ, ਤੇ ਸਾਟ ਦਾ ਮਤਲਬ ਹੁੰਦਾ ਹੈ ਵੱਟਾ ਸੱਟਾ ਕਰਨਾ। ਤਾਂ ਜਦੋਂ ਇਹਨਾਂ ਗੁਣਾਂ ਦਾ ਕੋਈ ਪਾਰਖੂ ਮਿਲਦਾ ਹੈ ਨਾ, ਫਿਰ ਰੱਬ ਦੇ ਪਿਆਰੇ ਉਹਨਾਂ ਗੁਣਾਂ ਦਾ ਵਪਾਰ ਕਰਦੇ ਨੇ, ਵੱਟਾ ਸੱਟਾ ਕਰਦੇ ਨੇ, ਇੱਕ ਦੂਜੇ ਦੇ ਨਾਲ ਗੁਣ ਸਾਂਝੇ ਕਰਦੇ ਨੇ। ਪਾਵਨ ਬਾਣੀ ਵਿੱਚ ਇੱਕ ਬੜੀ ਪਿਆਰੀ ਪੰਕਤੀ ਹੈ, ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈ ਜੈ। ਵੀ ਜੇ ਤੁਹਾਡੇ ਕੋਲ ਗੁਣਾਂ ਦਾ ਖਜ਼ਾਨਾ ਹੈ ਨਾ, ਉਹਨਾਂ ਗੁਣਾਂ ਦੀ ਵਾਸ਼ਨਾ ਲਓ ਔਰ ਉਹਨਾਂ ਗੁਣਾਂ ਦੀ ਸਾਂਝ ਕਰੋ। ਸਾਂਝ ਕਰੀ ਜੈ ਗੁਣਾਂ ਕੇਰੀ, ਛਾੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ। ਤਾਂ ਜਦੋਂ ਗੁਣਾਂ ਦੀ ਸਾਂਝ ਪਾਰਖੂ ਮਿਲਦੇ ਨੇ ਨਾ, ਕਦਰਦਾਨ, ਤਾਂ ਰੱਬ ਦੇ ਪਿਆਰੇ ਫਿਰ ਉਹਨਾਂ ਗੁਣਾਂ ਦੀ ਸਾਂਝ ਕਰਦੇ ਨੇ। ਤਾਂ ਸਾਨੂੰ ਜੀਣ ਵਾਸਤੇ ਇੱਥੋਂ ਕੀ ਮਿਲ ਰਿਹਾ ਹੈ ਕਿ ਅਸੀਂ ਜੌਹਰੀ ਬਣਨਾ ਹੈ, ਰੱਬੀ ਗੁਣਾਂ ਦੇ ਕਦਰਦਾਨ ਬਣਨਾ ਹੈ। ਔਰ ਸਤਸੰਗ ਚੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਅਸਾਂ ਗੁਣਾਂ ਨੂੰ ਵਿਹਾਜਣਾ ਹੈ, ਗੁਣ ਇਕੱਠੇ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਵੇ ਆਫ ਲਾਈਫ ਸਿੱਖਣਾ ਹੈ, ਤੇ ਇਹਨਾਂ ਗੁਣਾਂ ਦੇ ਨਾਲ ਆਪਣੇ ਜੀਵਨ ਨੂੰ, ਆਪਣੇ ਬੋਲਾਂ ਨੂੰ, ਆਪਣੀ ਸੋਚ ਨੂੰ ਔਰ ਆਪਣੇ ਵਿਹਾਰ ਨੂੰ ਸੋਹਣਾ ਬਣਾਉਣਾ ਹੈ। ਇਹ ਕਹਿੰਦੇ ਨੇ ਹੱਟੀ ਨੂੰ ਸਜਾਣਾ। ਸਾਡੀ ਜ਼ਿੰਦਗੀ ਇੱਕ ਹੱਟੀ ਹੈ, ਸੋਚ ਇੱਕ ਹੱਟੀ ਹੈ। ਇਸ ਸੋਚ ਨੂੰ, ਬੋਲਾਂ ਨੂੰ, ਵਿਹਾਰ ਨੂੰ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰਨਾ ਹੈ। ਤੇ ਜਦੋਂ ਫਿਰ ਗੁਣਾਂ ਦਾ ਕੋਈ ਪਾਰਖੂ ਮਿਲੇਗਾ, ਉਹਨਾਂ ਦੇ ਨਾਲ ਫਿਰ ਵਪਾਰ ਕਰਨਾ ਹੈ ਗੁਣਾਂ ਦਾ, ਗੁਣਾਂ ਦਾ ਲੈਣ ਦੇਣ, ਗੁਣਾਂ ਦੀ ਸਾਂਝ। ਯਾਨੀ ਜੋ ਸਾਡੀ ਪਰਸਪਰ ਸਾਂਝ ਹੈ, ਮਿਲਵਰਤਨ ਹੈ ਗੁਰਸਿੱਖਾਂ ਦਾ, ਉਹ ਗੁਣਾਂ ਵਾਲਾ ਹੋਣਾ ਚਾਹੀਦਾ ਹੈ। ਸਾਡੀ ਜ਼ਿੰਦਗੀ ਦਾ ਮਿਲਵਰਤਨ ਦੀ ਜੋ ਬੇਸ ਹੈ, ਉਹ ਗੁਣ ਹੋਣੇ ਚਾਹੀਦੇ ਨੇ। ਸੱਚ, ਸੰਤੋਖ, ਨਿਰਭੈਤਾ, ਨਿਰਵੈਰਤਾ, ਦਇਆ, ਪ੍ਰੇਮ, ਇਨਸਾਨੀਅਤ, ਇਹਨਾਂ ਦੇ ਨਾਲ ਅਸੀਂ ਲੈਣ ਦੇਣ ਕਰਨਾ ਹੈ ਗੁਣਾਂ ਦਾ। ਸਾਡੇ ਜੀਵਨ ਦਾ ਬੇਸ ਐਸਾ ਹੋਣਾ ਚਾਹੀਦਾ ਹੈ। ਤੇ ਜਦੋਂ ਸਾਡੇ ਜੀਵਨ ਦਾ ਮਿਲਵਰਤਨ ਦਾ ਬੇਸ ਗੁਣ ਹੋਣਗੇ, ਉਦੋਂ ਫਿਰ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਉਪਜੇਗਾ।
ਵਿਸ਼ਵਾਸ ਪੈਦਾ ਹੋਏਗਾ, ਪ੍ਰੇਮ ਪੈਦਾ ਹੋਏਗਾ ਔਰ ਅਸੀਂ ਵਡਭਾਗੀ ਹੋ ਜਾਵਾਂਗੇ, ਕਿਉਂਕਿ ਉਹੀ ਲੋਕ ਧਨਵੰਤ, ਕੁਲਵੰਤ ਔਰ ਪਤਵੰਤ ਹੁੰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਿਆਰਾ ਪ੍ਰੀਤਮ ਪ੍ਰਭੂ ਵਸ ਜਾਂਦਾ ਹੈ, ਪ੍ਰਭੂ ਦੇ ਗੁਣ ਵਸ ਜਾਂਦੇ ਨੇ। ਅਗਲਾ ਬਚਨ ਕਰਦੇ ਨੇ ਕਬੀਰ, ਕਾਮ ਪਰੇ ਹਰ ਸਿਮਰਿਐ, ਐਸਾ ਸਿਮਰਹੁ ਨਿਤ, ਅਮਰਾਪੁਰ ਬਾਸਾ ਕਰਹੁ, ਹਰ ਗਿਆ ਬਹੂਰੈ ਬਿਤ। ਇਸ ਸ਼ਬਦ ਦੇ ਅੱਖਰੀ ਅਰਥ, ਕਾਮ ਪਰੇ ਦਾ ਮਤਲਬ ਜਦੋਂ ਕੋਈ ਲੋੜ ਪੈਂਦੀ ਹੈ, ਹਰ ਸਿਮਰਿਏ ਦਾ ਮਤਲਬ ਅਸੀਂ ਫਿਰ ਰੱਬ ਨੂੰ ਯਾਦ ਕਰਦੇ ਹਾਂ, ਐਸਾ ਸਿਮਰੋ ਨਿਤ ਦਾ ਮਤਲਬ ਐਸੇ ਰੱਬ ਨੂੰ ਹਮੇਸ਼ਾ ਹੀ ਯਾਦ ਕਰੋ। ਹੁਣ ਇਹ ਨਾ ਥੋੜੀ ਜੀ ਗੱਲ ਸਮਝਣ ਵਾਲੀ ਹੈ। ਦੇਖੋ, ਜਦੋਂ ਮੈਨੂੰ ਤੁਹਾਡੇ ਨਾਲ ਕੋਈ ਕੰਮ ਹੁੰਦਾ ਹੈ, ਅੱਗੇ ਪਿੱਛੇ ਮੈਂ ਗੱਲ ਕਰਦਾ, ਸਰਸਰੀ ਕਰਦਾ, ਤੁਸੀਂ ਮੇਰੇ ਨਾਲ ਸਰਸਰੀ ਗੱਲ ਕਰਦੇ ਹੋ, ਪਰ ਜਦੋਂ ਸਾਨੂੰ ਕਿਸੇ ਦੇ ਨਾਲ ਕੰਮ ਹੋਵੇ ਨਾ, ਉਦੋਂ ਬੜੀ ਲਗਨ ਦੇ ਨਾਲ ਗੱਲ ਕਰੀਦੀ ਹੈ, ਪਿਆਰ ਦੇ ਨਾਲ ਗੱਲ ਕਰੀਦੀ ਹੈ। ਕਿੰਨੀ ਲਗਨ ਹੁੰਦੀ ਹੈ ਨਾ ਫੋਨ ਕਰਨ ਦੀ, ਵੀ ਮੇਰਾ ਫੋਨ ਛੇਤੀ ਚੁੱਕੇ। ਫਿਰ ਬੜੇ ਪਿਆਰ ਦੇ ਨਾਲ ਪਹਿਲੋਂ ਅਸੀਂ ਫਤਿਹ ਬੁਲਾਉਂਦੇ ਹਾਂ, ਰਾਮ ਰਾਮ, ਸਤਿ ਸ੍ਰੀ ਅਕਾਲ ਜਾਂ ਗੁੱਡ ਮਾਰਨਿੰਗ, ਈਵਨਿੰਗ, ਜੋ ਵੀ ਕਿਸੇ ਦਾ ਹੈ ਉਸ ਢੰਗ ਦੇ ਨਾਲ ਬੰਦਾ ਬੁਲਾਉਂਦਾ ਹੈ ਪਹਿਲਾਂ, ਫਿਰ ਹਾਲ ਚਾਲ ਪੁੱਛਦਾ ਹੈ, ਤੇ ਫਿਰ ਅਸੀਂ ਬੜੇ ਪ੍ਰੇਮ ਨਾਲ ਕਹਿੰਦੇ ਹਾਂ, ਵੀਰੇ ਇੱਕ ਨਾ ਬੇਨਤੀ ਸੀ, ਤੇ ਮੇਰੀ ਬੇਨਤੀ ਜੇ ਧਿਆਨ ਦੇ ਨਾਲ ਸੁਣਿਓ, ਮੈਨੂੰ ਮਤਲਬ ਇਸ ਤਰ੍ਹਾਂ, ਇਹਨੇ ਪਿਆਰ ਨਾਲ ਕਹਿੰਦੇ ਆ ਨਾ। ਹੁਣ ਕਬੀਰ ਜੀ ਕਹਿੰਦੇ ਨੇ ਵੀ ਜਦੋਂ ਸਾਨੂੰ ਕੋਈ ਲੋੜ ਹੁੰਦੀ ਹੈ, ਗਰਜ ਹੁੰਦੀ ਹੈ, ਤੇ ਜਿਹੜੀ ਖਿੱਚ ਦੇ ਨਾਲ ਅਸੀਂ ਗਰਜ ਵੇਲੇ ਰੱਬ ਨੂੰ ਯਾਦ ਕਰਦੇ ਹਾਂ, ਜੇ ਉਸ ਖਿੱਚ ਦੇ ਨਾਲ ਹਮੇਸ਼ਾ ਯਾਦ ਕਰੀਏ, ਐਸਾ ਸਿਮਰੋ ਨਿਤ, ਕਿ ਰੱਬੀ ਗੁਣਾਂ ਨੂੰ ਉਸ ਖਿੱਚ ਦੇ ਨਾਲ ਹਮੇਸ਼ਾ ਯਾਦ ਰੱਖੋ। ਜਿਵੇਂ ਮੈਨੂੰ ਕੋਈ ਲੋੜ ਹੁੰਦੀ ਹੈ ਨਾ, ਤੇ ਜਿਸ ਖਿੱਚ ਦੇ ਨਾਲ ਮੈਂ ਤੁਹਾਨੂੰ ਮਿਲਣ ਜਾਂਦਾ ਹਾਂ, ਜਿਸ ਖਿੱਚ ਦੇ ਨਾਲ ਮੈਂ ਪਿਆਰ ਭਰੇ ਨਿਮਰਤਾ ਵਾਲੇ ਬੋਲ ਬੋਲਦਾ ਹਾਂ, ਤੇ ਜੇ ਮੈਂ ਉਸ ਖਿੱਚ ਦੇ ਨਾਲ ਤੁਹਾਡੇ ਨਾਲ ਹਮੇਸ਼ਾ ਮਿਲਵਰਤਨ ਰੱਖਾਂ, ਤੁਸੀਂ ਮੇਰੇ ਨਾਲ ਹਮੇਸ਼ਾ ਮਿਲਵਰਤਨ ਰੱਖੋ, ਤਾਂ ਉਹ ਮਿਲਵਰਤਨ ਕਿੰਨਾ ਪਿਆਰਾ ਹੋਏਗਾ। ਜਿਵੇਂ ਅਸੀਂ ਇੱਕ ਦੂਜੇ ਨਾਲ ਲੋੜ ਪੈਣ ਤੇ ਖਿੱਚ ਦੇ ਨਾਲ ਮਿਲਵਰਤਨ ਕਰਦੇ ਹਾਂ, ਜੇ ਉਹ ਖਿੱਚ ਹਮੇਸ਼ਾ ਬਣੀ ਰਹੇ, ਉਹ ਪਿਆਰ ਹਮੇਸ਼ਾ ਬਣਿਆ ਰਹੇ, ਤਾਂ ਦੇਖੋ ਕਿੰਨੇ ਗਜਬ ਦਾ ਮਿਲਵਰਤਨ ਹੋਏਗਾ। ਤਾਂ ਕਬੀਰ ਜੀ ਕਹਿੰਦੇ ਨੇ, ਜਦੋਂ ਲੋੜ ਸਮੇਂ ਜਿਸ ਖਿੱਚ ਨਾਲ, ਜਿਸ ਪਿਆਰ ਨਾਲ ਰੱਬ ਨੂੰ ਯਾਦ ਕਰਦੇ ਹੋ, ਐਸਾ ਸਿਮਰੋ ਨਿਤ, ਉਸ ਖਿੱਚ ਦੇ ਨਾਲ ਰੱਬੀ ਗੁਣਾਂ ਨੂੰ ਹਮੇਸ਼ਾ ਗਾਓ, ਰੱਬ ਨੂੰ ਹਮੇਸ਼ਾ ਯਾਦ ਰੱਖੋ। ਉਹਦਾ ਰਿਜ਼ਲਟ ਕੀ ਨਿਕਲੇਗਾ, ਉਹਦਾ ਸਾਨੂੰ ਲਾਭ ਕੀ ਹੋਏਗਾ? ਅਮਰਾਪੁਰ ਬਾਸਾ ਕਰੋ। ਅਮਰਾਪੁਰ ਦਾ ਮਤਲਬ ਉਹ ਜਗ੍ਹਾ ਜਿੱਥੇ ਬੰਦਾ ਕਦੇ ਮਰਦਾ ਨਹੀਂ, ਅਮਰ ਹੋ ਜਾਂਦਾ ਹੈ। ਬਾਸਾ ਕਰੋ ਦਾ ਮਤਲਬ ਤੁਹਾਡਾ ਨਿਵਾਸ ਹੋ ਜਾਏਗਾ। ਗਿਆ ਬਹੋਰੇ ਬਿਤ, ਗਿਆ ਦਾ ਮਤਲਬ ਜਿਹੜਾ ਚਲਾ ਗਿਆ ਹੈ, ਬਹੋਰੇ ਦਾ ਮਤਲਬ ਮੋੜ ਲਿਆਉਂਦਾ ਹੈ, ਤੇ ਬਿਤ ਦਾ ਮਤਲਬ ਗਵਾਚਿਆ ਹੋਇਆ ਧਨ। ਬਿਤ ਦਾ ਮਤਲਬ ਧਨ, ਸ਼ੁਭ ਗੁਣ, ਖੁਸ਼ੀਆਂ, ਆਨੰਦ, ਖੇੜਾ, ਪ੍ਰਸੰਨਤਾ। ਕਬੀਰ ਜੀ ਕਹਿੰਦੇ ਨੇ, ਜੇ ਇਸ ਖਿੱਚ ਦੇ ਨਾਲ ਰੱਬੀ ਗੁਣਾਂ ਨੂੰ ਹਮੇਸ਼ਾ ਗਾਓ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਤਾਂ ਫਿਰ ਤੁਸੀਂ ਅਮਰ ਹੋ ਜਾਓਗੇ, ਤੁਹਾਨੂੰ ਮੌਤ ਨਹੀਂ ਆਏਗੀ। ਤੇ ਇੱਥੇ ਮੌਤ ਦਾ ਮਤਲਬ ਇਹ ਨਹੀਂ ਕਿ ਸਰੀਰਕ ਮੌਤ ਨਹੀਂ ਹੋਏਗੀ, ਸਰੀਰਕ ਮੌਤ ਨਿਸ਼ਚਿਤ ਹੈ। ਇੱਥੇ ਮੌਤ ਦਾ ਮਤਲਬ ਹੈ ਕਿ ਆਤਮਿਕ ਮੌਤ ਨਹੀਂ ਆਏਗੀ, ਫਿਰ ਤੁਹਾਨੂੰ ਆਤਮਿਕ ਜੀਵਨ ਮਿਲ ਜਾਏਗਾ। ਜਿਹੜਾ ਬੰਦਾ ਇਸ ਖਿੱਚ ਦੇ ਨਾਲ ਰੱਬੀ ਗੁਣਾਂ ਨੂੰ ਯਾਦ ਰੱਖੇਗਾ, ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰੇਗੀ, ਉਹਦੇ ਅੰਦਰੋਂ ਕਦੇ ਜ਼ਮੀਰ ਨਹੀਂ ਮਰੇਗੀ, ਉਹਦੇ ਕਦੇ ਆਤਮਿਕ ਮੌਤ ਨਹੀਂ ਹੋਵੇਗੀ। ਹਰ ਗਿਆ ਬਹੋਰੇ ਬਿਤ ਦਾ ਮਤਲਬ ਜਿਹੜੀਆਂ ਸਾਡੀਆਂ ਖੁਸ਼ੀਆਂ ਗਵਾਚ ਗਈਆਂ ਨੇ, ਊਚ ਭਵਨ ਕਨ ਕਾਮਨੀ ਦੇ ਪਿੱਛੇ ਦੌੜ ਦੌੜ ਕੇ, ਵਿਕਾਰਾਂ ਪਿੱਛੇ ਦੌੜ ਕੇ, ਈਰਖਾ ਦਵੇਸ਼ ਰਾਹੀਂ, ਹੰਕਾਰ ਰਾਹੀਂ ਜਿਹੜੀਆਂ ਸਾਡੀਆਂ ਖੁਸ਼ੀਆਂ ਖਤਮ ਹੋ ਗਈਆਂ ਨੇ, ਉਹ ਜਿਹੜਾ ਸਾਡਾ ਗਵਾਚਿਆ ਹੋਇਆ ਧਨ ਹੈ, ਉਹ ਵੀ ਸਾਨੂੰ ਮੁੜ ਜਾਏਗਾ, ਉਹ ਵੀ ਸਾਡੇ ਕੋਲੋਂ ਵਾਪਸ ਆ ਜਾਏਗਾ। ਜਿਹੜਾ ਅਸੀਂ ਆਪਣਾ ਸੁੱਖ, ਖੁਸ਼ੀਆਂ ਵਿਕਾਰਾਂ ਪਿੱਛੇ ਦੌੜ ਦੌੜ ਕੇ ਖਤਮ ਕਰ ਲਈਆਂ ਨੇ, ਜਦੋਂ ਅਸੀਂ ਰੱਬੀ ਗੁਣਾਂ ਦੇ ਨਾਲ ਜੁੜਾਂਗੇ, ਤਾਂ ਉਹ ਖੁਸ਼ੀਆਂ, ਸਫਲਤਾਵਾਂ ਆਟੋਮੈਟਿਕਲੀ ਸਾਡੇ ਕੋਲ ਆ ਜਾਣਗੀਆਂ।
ਕਿਉਂਕਿ ਖੁਸ਼ੀਆਂ ਦਾ ਸੰਬੰਧ ਗੁਣਾਂ ਦੇ ਨਾਲ ਹੈ ਤੇ ਦੁੱਖਾਂ ਦਾ ਸੰਬੰਧ ਔਗਣਾਂ ਦੇ ਨਾਲ ਹੈ। ਜਦੋਂ ਅਸੀਂ ਦਿਲੀ ਪ੍ਰੀਤ ਦੇ ਨਾਲ ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ ਤਾਂ ਸਾਡੀਆਂ ਗਈਆਂ ਹੋਈਆਂ ਖੁਸ਼ੀਆਂ ਸਾਡੇ ਕੋਲ ਵਾਪਸ ਆ ਜਾਣਗੀਆਂ। ਤਾਂ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਕੀ ਉਪਦੇਸ਼ ਮਿਲ ਰਿਹਾ ਹੈ, ਜੀਣ ਵਾਸਤੇ ਕੀ ਮਿਲ ਰਿਹਾ ਹੈ ਕਿ ਅਸੀਂ ਰੱਬੀ ਗੁਣਾਂ ਨੂੰ ਦਿਲੀ ਖਿੱਚ ਦੇ ਨਾਲ ਗਾਣਾ ਹੈ, ਯਾਨੀ ਮਨ ਬਚਨ ਕਰਮ ਕਰਕੇ ਪਿਆਰ ਦੇ ਨਾਲ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਬੰਦੇ ਨੂੰ ਆਤਮਿਕ ਜੀਵਨ ਮਿਲਦਾ ਹੈ ਔਰ ਜਿਹੜੀਆਂ ਗਈਆਂ ਹੋਈਆਂ ਖੁਸ਼ੀਆਂ ਨੇ ਉਹ ਬੰਦੇ ਦੀਆਂ ਵਾਪਸ ਆ ਜਾਂਦੀਆਂ ਨੇ। ਇਹਦੇ ਜੀਵਨ ਦੇ ਅੰਦਰ ਫਿਰ ਆਨੰਦ ਬਣਦਾ। ਅਗਲਾ ਬਚਨ ਕਰਦੇ ਨੇ ਕਬੀਰ, ਸੇਵਾ ਕੋ ਦੋਏ ਭਲੇ, एक संत एक राम, राम जो दाता मुकत को, संत जपावे नाम। ਕਬੀਰ ਜੀ ਕਹਿੰਦੇ ਨੇ ਕਿ ਸੇਵਾ ਵਾਸਤੇ ਦੋਵੇਂ ਹੀ ਚੰਗੇ ਨੇ, ਯਾਨੀ ਦੋਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇੱਕ ਸੰਤ ਇੱਕ ਰਾਮ। ਇੱਥੇ ਸੰਤ ਦਾ ਮਤਲਬ ਹੈ ਗੁਰੂ। ਸੰਤ ਦਾ ਮਤਲਬ ਕੋਈ ਚੋਲੇ ਵਾਲਾ ਬਾਬਾ ਨਹੀਂ, ਡੇਰੇ ਵਾਲਾ ਬਾਬਾ ਨਹੀਂ, ਕਿਉਂਕਿ ਇਹ ਸ਼ਲੋਕ ਨੂੰ ਲੈ ਕੇ ਤੇ ਬਹੁਤ ਵਾਰੀ ਸਾਨੂੰ ਗੁਰਮਤ ਦੇ ਅਸਲ ਰਾਹ ਤੋਂ ਦੂਰ ਲੈ ਜਾਇਆ ਜਾਂਦਾ ਹੈ ਔਰ ਸਾਨੂੰ ਭਰਮ ਵਿੱਚ ਪਾ ਦਿੱਤਾ ਜਾਂਦਾ ਹੈ ਕਿ ਕਬੀਰ ਜੀ ਕਹਿੰਦੇ ਨੇ ਸੇਵਾ ਵਾਸਤੇ ਦੋ ਚੰਗੇ ਨੇ, ਇੱਕ ਸੰਤ ਤੇ ਇੱਕ ਰੱਬ, ਤੇ ਸੰਤ ਨੂੰ ਜੋੜ ਲਿਆ ਜਾਂਦਾ ਹੈ ਕਿਸੇ ਡੇਰੇਦਾਰ ਬਾਬੇ ਦੇ ਨਾਲ। ਹੁਣ ਦੇਖੋ, ਇੰਡੀਆ ਦੇ ਅੰਦਰ ਅੱਜ ਤੋਂ 20 ਸਾਲ ਪਹਿਲਾਂ 72,65,000 ਬਾਬਿਆਂ ਦੀ ਗਿਣਤੀ ਸੀ, ਸੰਤਾਂ ਦੀ। ਹੁਣ ਉਹਦੇ ਵਿੱਚੋਂ ਕਿਹੜੇ ਨੂੰ ਠੀਕ ਸਮਝੋਗੇ? ਹਰ ਇੱਕ ਬੰਦਾ ਕਹਿ ਰਿਹਾ ਕਿ ਸਾਡਾ ਬਾਬਾ ਠੀਕ ਹੈ, ਸਾਡਾ ਬਾਬਾ ਠੀਕ ਹੈ। ਤਾਂ ਇੱਥੇ ਉਹਨਾਂ ਸੰਤਾਂ ਦੀ, ਡੇਰੇਦਾਰਾਂ ਦੀ, ਬਾਬਿਆਂ ਦੀ ਗੱਲ ਨਹੀਂ ਹੈ, ਇੱਥੇ ਗੱਲ ਹੈ ਗੁਰੂ ਦੀ। ਸੰਤ ਦਾ ਮਤਲਬ ਗੁਰੂ। ਤਾਂ ਕਬੀਰ ਜੀ ਕਹਿੰਦੇ ਨੇ ਇੱਕ ਗੁਰੂ ਔਰ ਇੱਕ ਪ੍ਰਭੂ, ਇਹ ਦੋਵੇਂ ਹੀ ਸੇਵਾ ਵਾਸਤੇ ਭਲੇ ਨੇ, ਇਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ। ਤੇ ਅੱਗੇ ਦੱਸਦੇ ਨੇ ਰਾਮ ਜੋ ਦਾਤਾ ਮੁਕਤ ਕੋ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ। ਇੱਥੇ ਰਾਮ ਦਾ ਮਤਲਬ ਦਸ਼ਰਥ ਦਾ ਪੁੱਤਰ ਨਹੀਂ, ਰਾਮ ਦਾ ਮਤਲਬ ਰਮਿਆ ਹੋਇਆ, ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਦਾਤਾ ਮੁਕਤ ਕੋ, ਉਹ ਮੁਕਤੀ ਦਾ ਦਾਤਾ ਹੈ। ਜੇ ਰੱਬੀ ਗੁਣਾਂ ਦੇ ਨਾਲ ਤੁਸੀਂ ਜੁੜੋਗੇ ਤਾਂ ਮੁਕਤੀ ਮਿਲੇਗੀ, ਵਿਕਾਰਾਂ ਤੋਂ ਖੁਲਾਸੀ ਮਿਲੇਗੀ। ਸੰਤ ਜਪਾਵੇ ਨਾਮ। ਹੁਣ ਜਪਾਵੇ, ਜਪ ਸ਼ਬਦ ਦਾ ਮਤਲਬ ਹੁੰਦਾ ਹੈ ਜਾਣਨਾ, ਤੇ ਜਪਾਵੇ ਦਾ ਮਤਲਬ ਜਨਾਉਣਾ, ਗਿਆਨ ਦੇਣਾ। ਨਾਮ ਦਾ ਮਤਲਬ ਹੁਕਮ। ਜੋ ਗੁਰੂ ਹੈ ਸਾਨੂੰ ਉਹ ਨਾਮ ਦੀ ਸੂਝ ਬਖਸ਼ਦਾ ਹੈ। ਨਾਮ ਦੀ ਸੂਝ, ਨਾਮ ਦਾ ਮਤਲਬ ਹੁਕਮ। ਗੁਰੂ ਦੇ ਗਿਆਨ ਰਾਹੀਂ ਸਾਨੂੰ ਰੱਬੀ ਹੁਕਮ ਦੀ ਸਮਝ ਪੈਂਦੀ ਹੈ ਕਿ ਇਹ ਦੁਨੀਆ ਦੀ ਹਰ ਸ਼ੈ ਹੁਕਮ ਦੇ ਅੰਦਰ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ, ਤਾਂ ਹਉਮੈ ਕਹਿ ਨਾ ਕੋਏ। ਤਾਂ ਜਿਹੜਾ ਗੁਰੂ ਹੈ ਉਹ ਸਾਨੂੰ ਨਾਮ ਦੀ ਸੂਝ ਬਖਸ਼ਦਾ ਹੈ, ਰੱਬੀ ਗੁਣਾਂ ਦੀ ਦਾਤ ਦਿੰਦਾ ਹੈ। ਤੇ ਰੱਬ ਜੋ ਹੈ, ਰਮਿਆ ਹੋਇਆ ਜੋ ਹੈ, ਉਹ ਮੁਕਤੀ ਦੀ ਦਾਤ ਦਿੰਦਾ ਹੈ। ਜਦੋਂ ਅਸੀਂ ਗੁਣਾਂ ਨਾਲ ਜੁੜਾਂਗੇ ਤਾਂ ਅਵਗੁਣਾਂ ਤੋਂ ਸਾਡੀ ਖਲਾਸੀ ਹੋ ਜਾਏਗੀ। ਲੇਕਿਨ ਰੱਬੀ ਗੁਣਾਂ ਦੇ ਨਾਲ, ਰੱਬੀ ਹੁਕਮ ਦੇ ਨਾਲ ਜੁੜਨ ਲਈ ਸਾਨੂੰ ਗੁਰੂ ਦਾ ਗਿਆਨ ਚਾਹੀਦਾ ਹੈ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਕਿ ਹੇ ਦੁਨੀਆ ਦੇ ਲੋਕੋ, ਗੁਰੂ ਔਰ ਪ੍ਰਭੂ ਦੋਵੇਂ ਹੀ ਸਾਡੇ ਵਾਸਤੇ ਜ਼ਰੂਰੀ ਨੇ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਅਸੀਂ ਸਰਬ ਵਿਆਪਕ ਪ੍ਰਭੂ ਨੂੰ ਸਮਝ ਸਕਦੇ ਹਾਂ ਕਿ ਆ ਸਾਰਾ ਦਿਸਦਾ ਜਗਤ ਉਸ ਮਾਲਕ ਦਾ ਰੂਪ ਹੈ। ਹਰ ਇੱਕ ਦੇ ਅੰਦਰ ਪ੍ਰਭੂ ਸਮਾਇਆ ਹੈ ਔਰ ਹਰ ਸ਼ੈ ਰੱਬੀ ਰਜਾ ਔਰ ਹੁਕਮ ਦੇ ਅੰਦਰ ਹੈ। ਗੁਰੂ ਨੇ ਹੀ ਸਾਨੂੰ ਸੂਝ ਦੇਣੀ ਹੈ ਕਿ ਹੁਕਮ ਔਰ ਰਜਾ ਦੇ ਅੰਦਰ ਚੱਲ ਕੇ ਹੀ ਅਸੀਂ ਸਚਿਆਰ ਹੋ ਸਕਦੇ ਹਾਂ। ਇਸ ਲਈ ਸਾਨੂੰ ਇਥੋਂ ਜੀਵਨ ਲਈ ਸੇਧ ਮਿਲ ਰਹੀ ਹੈ ਕਿ ਅਸੀਂ ਗੁਰੂ ਦੇ ਗਿਆਨ ਰਾਹੀਂ ਰਮੇ ਹੋਏ ਪ੍ਰਭੂ ਦੇ ਗੁਣਾਂ ਦੇ ਨਾਲ ਜੁੜ ਕੇ ਜੀਵਨ ਮੁਕਤੀ ਦਾ ਆਨੰਦ ਮਾਣ ਸਕਦੇ ਹਾਂ। ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ RAM ਕੀ, ਤਿਹ ਚੜ ਰਹਿਓ ਕਬੀਰ।
ਜਿਹ ਮਾਰਗ, ਇੱਥੇ ਮਾਰਗ ਦੇ ਗੱਗੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਰਾਸਤੇ ਵਿੱਚ, ਰਾਸਤੇ ਤੇ। ਜਿਹ ਮਾਰਗ ਦਾ ਮਤਲਬ ਜਿਹੜੇ ਰਾਹ ਤੇ। ਪੰਡਿਤ ਗਏ, ਪੰਡਿਤ ਦਾ ਮਤਲਬ ਪੁਜਾਰੀ ਜਿਹੜੇ ਵਿਦਵਾਨ ਨੇ, ਬ੍ਰਾਹਮਣ ਆਦਿਕ। ਪਾਛੇ ਪਰੀ ਬਹੀਰ, ਪਾਛੇ ਦਾ ਮਤਲਬ ਪਿੱਛੇ, ਪਰੀ ਦਾ ਮਤਲਬ ਪੈ ਗਈ, ਬਹੀਰ ਦਾ ਮਤਲਬ ਵਹੀਰਾਂ ਘੱਟ ਕੇ ਤੁਰ ਪੈਣਾ। ਹੁਣ ਪੰਡਿਤ ਕਿਹੜੇ ਰਾਹ ਤੇ ਗਿਆ ਹੈ? ਜਿਸ ਰਾਹ ਤੇ ਪੰਡਿਤ ਗਿਆ ਹੈ, ਪੁਜਾਰੀ ਗਿਆ ਹੈ, ਕਬੀਰ ਜੀ ਕਹਿੰਦੇ ਨੇ ਉਹਨਾਂ ਰਾਹਾਂ ਤੇ ਲੋਕਾਂ ਨੇ ਵਹੀਰਾਂ ਕੱਤੀਆਂ ਹੋਈਆਂ ਨੇ। ਉਹਨਾਂ ਰਾਸਤਿਆਂ ਤੇ ਬਹੁਤ ਲੋਕ ਚੱਲ ਰਹੇ ਨੇ, ਅਨੇਕਾਂ ਲੋਕ, ਵਹੀਰਾਂ ਕੱਤੀਆਂ ਹੋਈਆਂ ਨੇ, ਭੀੜ ਹੈ ਉਸ ਰਾਹ ਤੇ। ਤੇ ਉਹ ਰਾਹ ਕਿਹੜਾ ਹੈ? ਤੀਰਥਾਂ ਦੇ ਉੱਤੇ ਜਾਣਾ, ਵਰਤ ਰੱਖਣੇ, ਸਰਾਧ ਕਰਨੇ, ਨਰਾਤੇ ਰੱਖਣੇ, ਜਪ ਤਪ ਸੰਜਮ ਕਰਨੇ, ਦਸਮ ਦੁਆਰ ਵਿੱਚ ਪ੍ਰਾਨ ਚੜਾਣੇ, ਮਾਲਾ ਫੇਰਨੀਆਂ, ਸੰਸਾਰ ਦਾ ਤਿਆਗ ਕਰਨਾ, ਧੂਣੀਆਂ ਤਾਣੀਆਂ, ਪੁੰਨ ਦਾਨ ਕਰਨੇ, ਨਰਕ ਸੁਰਗ ਦੇ ਚੱਕਰ ਵਿੱਚ ਪੈਣਾ। ਇਹਨਾਂ ਕੰਮਾਂ ਦੇ ਵਿੱਚ ਲੋਕਾਂ ਨੇ ਵਹੀਰਾਂ ਕੱਤੀਆਂ ਹੋਈਆਂ ਨੇ। ਇਹ ਪੰਡਿਤ ਦਾ ਮਾਰਗ ਹੈ, ਕਰਮ ਕਾਂਡ ਦਾ। ਜਿਸ ਰਾਸਤੇ ਤੇ ਪੰਡਿਤ ਗਿਆ ਹੈ, ਕਰਮ ਕਾਂਡੀ, ਉਹਨਾਂ ਕਰਮ ਕਾਂਡਾਂ ਦੇ ਰਾਹਾਂ ਤੇ ਲੋਕਾਂ ਨੇ ਵਹੀਰਾਂ ਕੱਤੀਆਂ ਹੋਈਆਂ ਨੇ, ਭੀੜਾਂ ਨੇ ਉਧਰ। ਇੱਕ ਅਵਕਟ ਘਾਟੀ ਰਾਮ ਕੀ, ਅਵਕਟ ਘਾਟੀ ਦਾ ਮਤਲਬ ਔਖੀ ਘਾਟੀ, ਜਿੱਧਰ ਤੁਰਨ ਵਾਸਤੇ ਥੋੜਾ ਜ਼ੋਰ ਲਗਾਉਣਾ ਪੈਂਦਾ ਹੈ। ਜਿਵੇਂ ਜੇ ਪਹਾੜ ਤੋਂ ਥੱਲੇ ਨੂੰ ਡਿੱਗਣਾ ਹੋਵੇ ਤਾਂ ਡਿੱਗ ਕੇ ਤੇ ਗੋਟੇ ਗਿੱਟੇ ਕੋਈ ਵੀ ਛਲਾ ਲਵੇਗਾ। ਪੌੜੀਆਂ ਤੋਂ ਥੱਲੇ ਉਤਰਨਾ, ਉਤੋਂ ਡਿੱਗਦਾ ਤੇ ਕੋਈ ਵੀ ਬੰਦਾ ਆ ਜਾਏਗਾ ਨਾ। ਸਾਫ਼ ਰਾਸਤੇ ਤੇ ਕੋਈ ਵੀ ਤੁਰਿਆ ਜਾਏਗਾ, ਨੀਵੇਂ ਨਿਵਾਨ ਵੱਲ ਕੋਈ ਵੀ ਡਿੱਗ ਜਾਏਗਾ। ਪਰ ਪਹਾੜੀ ਰਾਸਤੇ ਦੇ ਉੱਤੇ ਚੜ੍ਹਨਾ, ਇਹ ਕੋਈ ਹਿੰਮਤ ਵਾਲਾ ਬੰਦਾ। ਅਵਕਟ ਘਾਟੀ, ਔਖੀ ਘਾਟੀ, ਜਿੱਥੇ ਹਿੰਮਤ ਚਾਹੀਦੀ ਹੈ। ਇਹ ਚੜ੍ਹ ਰਹੇ ਹੋ ਕਬੀਰ। ਕਬੀਰ ਜੀ ਕਹਿੰਦੇ ਨੇ ਉਹਦੇ ਤੇ ਕੱਲਾ ਕਬੀਰ ਹੀ ਚੜਿਆ ਹੋਇਆ। ਹੁਣ ਅਵਕਟ ਘਾਟੀ ਰਾਮ ਕੀ ਦਾ ਮਤਲਬ ਰੱਬੀ ਰਜਾ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਔਰ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਹਰ ਵਾਸਨਾ ਸਮਾਣੀ। ਲੱਭ ਲੋਭ ਹੰਕਾਰ ਵਾਸ਼ਨਾਵਾਂ, ਇਹਨਾਂ ਦਾ ਤਿਆਗ ਕਰਨਾ ਔਰ ਸਤ ਸੰਤੋਖ ਦੇ ਰਾਹਾਂ ਤੇ ਚੱਲਣਾ, ਇਹ ਕੋਈ ਹਿੰਮਤ ਵਾਲਾ ਬੰਦਾ ਚੱਲਦਾ ਹੈ। ਉਹਨੂੰ ਗੁਰੂ ਜੀ ਸੂਰਮਾ ਕਹਿੰਦੇ ਨੇ ਪਾਵਨ ਬਾਣੀ ਵਿੱਚ। ਜਾਕੋ ਹਰ ਰੰਗ ਲਾਗੂ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਜਿਹਨੂੰ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਜੋ ਸੱਚ ਦੇ ਰਾਹਾਂ ਤੇ ਚੱਲਦਾ ਹੈ। ਹੁਣ ਵਰਤਨ ਰਾਤੇ ਸਰਾਧ ਤੇ ਕੋਈ ਵੀ ਰੱਖ ਲੇਗਾ, ਲੇਕਿਨ ਮਨੁੱਖੀ ਹੱਕਾਂ ਵਾਸਤੇ ਨੀਹਾਂ ਦੇ ਵਿੱਚ ਚਿਣੇ ਜਾਣਾ, ਇਹ ਸਾਹਿਬਜ਼ਾਦਿਆਂ ਦੇ ਹਿੱਸੇ ਹੀ ਆਵੇਗਾ। ਵਰਤਨ ਰਾਤੇ ਸਰਾਧ ਤੇ ਕੋਈ ਵੀ ਰੱਖ ਲੇਗਾ, ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਲਈ ਤੇ ਕੋਈ ਵੀ ਮਾਲਾ ਲੈ ਕੇ ਬੈਠਾ ਰਹੇਗਾ, ਲੇਕਿਨ ਆਰੇ ਦੇ ਉੱਤੇ ਚਿਰ ਜਾਣਾ, ਇਹ ਕੋਈ ਭਾਈ ਮਤੀ ਦਾਸ ਵਰਗਾ ਹੀ ਚਿਰੇਗਾ। ਰਾਜ ਭਾਗ ਤੇ ਕੋਈ ਵੀ ਮੰਨ ਲਵੇਗਾ, ਤੀਰਥਾਂ ਤੇ ਜਾ ਕੇ ਟੁਬਕੀਆਂ ਤੇ ਕੋਈ ਵੀ ਲਾ ਆਵੇਗਾ, ਪਰ ਆਪਣੇ ਪੁੱਤਰ ਦਾ ਕਲੇਜਾ ਕਢਾ ਕੇ ਮੂੰਹ ਦੇ ਵਿੱਚ ਪਾ ਕੇ ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਤੇ ਕੋਈ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਹੀ ਕਰੇਗਾ ਨਾ। ਇਹਨੂੰ ਕਹਿੰਦੇ ਨੇ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਕਿ ਪ੍ਰਭੂ ਦੇ ਗੁਣਾਂ ਦੀ ਜੋ ਘਾਟੀ ਹੈ, ਰੱਬੀ ਰਜਾ ਵੱਲ ਤੁਰਨਾ ਜੋ ਹੈ, ਇਹ ਮਾਨੋ ਇੱਕ ਔਖੀ ਘਾਟੀ ਹੈ ਜਿਹਦੇ ਤੇ ਕਬੀਰ ਚੜਿਆ ਹੋਇਆ ਹੈ। ਤਾਂ ਇਸ ਸ਼ਲੋਕ ਚੋਂ ਸਾਨੂੰ ਜੀਣ ਵਾਸਤੇ ਕੀ ਸੇਧ ਮਿਲ ਰਹੀ ਹੈ ਕਿ ਇਸ ਦੁਨੀਆ ਦੇ ਅੰਦਰ ਜੋ ਬਹੁ ਗਿਣਤੀ ਹੈ ਉਹ ਕਰਮ ਕਾਂਡਾਂ ਵਿੱਚ ਫਸੀ ਹੋਈ ਹੈ, ਤੇ ਅਸੀਂ ਭੁੱਲ ਕਿੱਥੇ ਕਰਦੇ ਹਾਂ? ਅਸੀਂ ਭੁੱਲ ਇੱਥੇ ਕਰਨੇ ਆ ਵੀ ਯਾਰ ਇੰਨੇ ਲੱਖਾਂ ਲੋਕ ਝੂਠੇ ਥੋੜੀ ਨੇ, ਇੰਨੇ ਲੋਕ ਝੂਠੇ ਨੇ, ਫੁੱਲਾਂ ਬਾਬੇ ਦੇ ਡੇਰੇ ਤੇ ਇੰਨੇ ਲੋਕੀ ਜਾਂਦੇ ਨੇ, ਉਹ ਸਾਰੇ ਗਲਤ ਹੋ ਗਏ, ਇਹ ਕੱਲਾ ਫਲਾਣਾ ਭਾਈ ਹੀ ਠੀਕ ਹੋਇਆ। ਸੱਚ ਦੇ ਰਾਹਾਂ ਤੇ ਭੀੜ ਬਹੁਤ ਘੱਟ ਹੁੰਦੀ ਹੈ। ਸੱਚ ਦੇ ਰਾਹਾਂ ਤੇ ਤੁਹਾਨੂੰ ਕੱਲਿਆਂ ਹੀ ਤੁਰਨਾ ਪੈਂਦਾ। ਸੱਚ ਦੇ ਰਾਹਾਂ ਤੇ ਤਕਲੀਫਾਂ ਆਉਂਦੀਆਂ ਨੇ। ਇੱਥੇ ਕਦੇ ਫਾਈਨੈਂਸ਼ੀਅਲੀ ਪ੍ਰੋਬਲਮਸ ਤੁਹਾਡੇ ਅੱਗੇ ਕ੍ਰੀਏਟ ਕੀਤੀਆਂ ਜਾਂਦੀਆਂ ਨੇ, ਕਦੇ ਤੁਹਾਨੂੰ ਜਾਨੋਂ ਮਾਰਿਆ ਜਾਂਦਾ ਹੈ, ਕਦੇ ਤੁਹਾਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਜਾਂਦਾ ਹੈ, ਕਦੇ ਚਾਂਦਨੀ ਚੌਕ ਵਿੱਚ ਸ਼ੀਸ਼ ਉਤਾਰੇ ਜਾਂਦੇ ਨੇ। ਸੱਚ ਦੇ ਰਾਹਾਂ ਦੇ ਪਾਂਧਿਆਂ ਵਾਸਤੇ ਇਹ ਹਿੱਸੇ ਵਿੱਚ ਆਇਆ ਹੈ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਜਿਹੜੇ ਆ ਪੰਡਤਾਂ ਵਾਲੇ ਪੁਜਾਰੀਆਂ ਵਾਲੇ ਮਾਰਗ ਨੇ, ਇੱਧਰ ਲੋਕਾਂ ਨੇ ਵਹੀਰਾਂ ਕੱਤੀਆਂ ਹੋਈਆਂ ਨੇ, ਲੇਕਿਨ ਜੋ ਸੱਚ ਦੀ ਗੱਲ ਹੈ
ਉਧਰ ਵਿਰਲੇ ਲੋਕ ਨੇ, ਸੱਚ ਦੇ ਰਾਹਾਂ ਤੇ ਵਿਰਲੇ ਨੇ। ਇਸ ਲਈ ਸਾਨੂੰ ਇਥੋਂ ਸੇਧ ਮਿਲ ਰਹੀ ਹੈ ਕਿ ਜਿੰਨੇ ਵੀ ਧਰਮ ਦੇ ਨਾਮ ਤੇ ਕਰਮ ਕਾਂਡ ਕੀਤੇ ਜਾਂਦੇ ਨੇ, ਉਹਨਾਂ ਕਰਮ ਕਾਂਡਾਂ ਦੇ ਨਾਲ ਕਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਪੈਦਾ ਨਹੀਂ ਹੁੰਦੀ, ਕਦੇ ਵੀ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਨਹੀਂ ਆਉਂਦੀਆਂ। ਹਮੇਸ਼ਾ ਰੱਬੀ ਗੁਣਾਂ ਦੇ ਨਾਲ ਹੀ ਜ਼ਿੰਦਗੀ ਵਿੱਚ ਸ਼ਾਂਤੀ ਆਉਂਦੀ ਹੈ, ਇਨਸਾਨੀਅਤ ਪੈਦਾ ਹੁੰਦੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਹੀ ਇਹ ਸੰਸਾਰ ਔਰ ਸਮਾਜ ਦਾ ਭਲਾ ਹੋ ਸਕਦਾ ਹੈ। ਇਸ ਲਈ ਅਸਾਂ ਕਰਮ ਕਾਂਡਾਂ ਨੂੰ ਛੱਡ ਕੇ ਗੁਰਬਾਣੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਣਾ, ਰੱਬੀ ਰਜ਼ਾ ਵਿੱਚ ਤੁਰਨਾ, ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਣਾ। ਕਬੀਰ ਦੁਨੀਆ ਕੇ ਦੋਖੇ ਮੂਆ, ਇਹਨੂੰ ਮੂਆ ਨਹੀਂ ਪੜਨਾ, ਕਿਉਂਕਿ ਮੂਆ ਪੜਨ ਦੇ ਨਾਲ ਔਂਕੜ ਭੁੱਲ ਜਾਂਦਾ ਹੈ ਤੇ ਦੁਲੈਂਕੜ ਨਹੀਂ ਭੁੱਲਦਾ। ਇੱਥੇ ਦੁਲੈਂਕੜ ਲੱਗਾ ਹੋਇਆ ਹੈ। ਕਬੀਰ ਦੁਨੀਆ ਕੇ ਦੋਖੇ ਮੂਆ, ਚਾਲਤ ਕੁਲ ਕੀ ਕਾਨ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਤਰਹਿ ਮਸਾਨ। ਇਹਨੂੰ ਤਰਹਿ ਨਹੀਂ ਪੜਨਾ, ਬਿੰਦੀ ਲਗਾ ਕੇ ਤਰਹਿ। ਦੁਨੀਆ ਕੇ ਦੋਖੇ ਮੂਆ, ਮੂਆ ਦਾ ਮਤਲਬ ਆਤਮਕ ਮੌਤੇ ਮਰ ਗਿਆ, ਆਪਣਾ ਦੀਨ ਇਮਾਨ ਗਵਾ ਲਿਆ, ਇਨਸਾਨੀਅਤ ਛੱਡ ਦਿੱਤੀ, ਜ਼ਮੀਰ ਖਤਮ ਕਰ ਲਈ। ਤੇ ਦੁਨੀਆ ਕੇ ਦੋਖੇ ਦਾ ਮਤਲਬ ਇਸ ਫਿਕਰ ਦੇ ਵਿੱਚ ਵੀ ਦੁਨੀਆ ਕੀ ਕਹੇਗੀ, ਦੁਨੀਆ ਕੀ ਕਹੇਗੀ, ਯਾਨੀ ਲੋਕ ਲਾਜ। ਹੁਣ ਜਿੰਨੇ ਵੀ ਬਹੁਤੇ ਕਰਮ ਨੇ ਨਾ, ਉਹ ਲੋਕੀ ਲੋਕ ਲਾਜ ਕਰਕੇ ਹੀ ਕਰੀ ਜਾਂਦੇ ਨੇ। ਜੇ ਕਿਸੇ ਨੂੰ ਕਹੀਏ ਨਾ ਵੀ ਯਾਰ ਤੁਹਾਡੇ ਮੁੰਡੇ ਦਾ ਵਿਆਹ ਹੈ ਤੇ 200-250 ਜਾਂ 500 ਬੰਦਾ ਬਰਾਤ ਲੈ ਕੇ ਜਾ ਰਹੇ ਹੋ, ਕਿਤੇ ਤੁਸੀਂ ਕੁੜੀ ਵਾਲਿਆਂ ਤੇ ਹਮਲਾ ਕਰਨਾ ਜਾਂ ਉੱਥੇ ਲੈਂਟਰ ਪਾਣਾ ਵੀ ਉੱਥੇ ਸੇਵਾ ਲੱਗੀ ਹੈ, ਵੀ 5-4 ਬੰਦੇ ਜਾ ਕੇ ਤੇ ਤੁਸੀਂ ਬੇਟੀ ਨੂੰ ਘਰ ਲੈ ਆਓ। ਤਾਂ ਆਮ ਲੋਕ ਕਹਿੰਦੇ ਨੇ ਗੱਲ ਤਾਂ ਵੀਰ ਠੀਕ ਹੈ, ਅਸੀਂ ਵੀ ਸਮਝਨੇ ਆ, ਅਸੀਂ ਸਾਰੇ ਤੰਗ ਆ, ਅਸੀਂ ਵੀ ਆਪਣੀਆਂ ਧੀਆਂ ਘਰੋਂ ਤੋਰੀਆਂ ਨੇ, ਨੂੰਹਾਂ ਘਰ ਲਿਆਂਦੀਆਂ ਨੇ, ਅਸੀਂ ਤੰਗ ਆ, ਪਰ ਲੋਕ ਲਾਜ ਨੱਕ ਨਹੀਂ ਰਹਿੰਦਾ, ਨੱਕ ਨਹੀਂ ਰਹਿੰਦਾ। ਕਿਤੇ ਤੇ ਕੁੜੀ ਵਾਲੇ ਕਹਿ ਦਿੰਦੇ ਨੇ ਵੀ ਸਾਡੇ ਘਰ ਤੇ ਬਰਾਤ ਲੈ ਕੇ 200-250 ਆਉਣੀ ਹੀ ਚਾਹੀਦੀ, ਸਾਡਾ ਨੱਕ ਤਾਂ ਰਹਿੰਦਾ। ਤੇ ਜੇ ਕੁੜੀ ਵਾਲੇ ਕਿਤੇ ਘੱਟ ਕਹਿਣ ਤੇ ਮੁੰਡੇ ਵਾਲੇ ਕਹਿੰਦੇ ਨੇ ਸਾਡਾ ਨੱਕ ਹੀ ਤਾਂ ਰਹਿੰਦਾ। ਇਹਨੂੰ ਕਹਿੰਦੇ ਨੇ ਦੁਨੀਆ ਕੇ ਦੋਖੇ ਮੂਆ। ਲੋਕ ਕੀ ਕਹਿਣਗੇ? ਲੋਕਾਂ ਨੂੰ ਖੁਸ਼ ਕਰਦਿਆਂ ਕਰਦਿਆਂ ਰੱਬ ਤੋਂ ਦੂਰ ਚਲੇ ਜਾਣਾ, ਲੋਕਾਚਾਰੀ ਨਿਭਾਉਂਦਿਆਂ ਨਿਭਾਉਂਦਿਆਂ ਗੁਰੂ ਤੋਂ ਦੂਰ ਚਲਾ ਜਾਣਾ। ਜਿਸ ਗੁਰੂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸਾਨੂੰ ਸ਼ਾਂਤੀ ਦਿੱਤੀ ਹੋਵੇ, ਜਿਸ ਗੁਰੂ ਨੇ ਸਾਡੇ ਬੱਚਿਆਂ ਨੂੰ ਰਾਜ ਸਿੰਘਾਸਨ ਤੱਕ ਪਹੁੰਚਾਉਣ ਵਾਸਤੇ ਆਪਣੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾ ਦਿੱਤਾ ਹੋਵੇ, ਤੇ ਲੋਕਾਚਾਰੀ ਵਾਸਤੇ ਉਸ ਗੁਰੂ ਦੀ ਪਰਵਾਹ ਹੀ ਨਾ ਕਰਨੀ, ਗਲਤ ਗੱਲ ਹੀ ਹੈ ਨਾ। ਤਾਂ ਕਬੀਰ ਜੀ ਕਹਿੰਦੇ ਨੇ ਦੁਨੀਆ ਕੇ ਦੋਖੇ ਮੂਆ। ਜੋ ਆਮ ਮਨੁੱਖ ਹੈ ਉਹ ਕੁਲਾ ਰੀਤ ਅਨੁਸਾਰ ਹੀ ਤੁਰਦਾ ਜਾਂਦਾ ਹੈ ਵੀ ਸਾਡੇ ਵੱਡੇ ਵਡੇਰੇ ਕਰਦੇ ਸਨ, ਸਾਡੀ ਸੱਸ ਐਵੇਂ ਕਰਦੀ ਸੀ, ਸਾਡਾ ਸਹੁਰਾ ਐਵੇਂ ਕਰਦਾ ਸੀ, ਸਾਡਾ ਦਾਦਾ ਐਵੇਂ ਕਰਦਾ ਸੀ, ਦਾਦੀ ਐਵੇਂ ਕਰਦੀ ਸੀ, ਸਾਡੇ ਕੁਲਾਂ ਦੀ ਰੀਤ ਤੇ ਪਤਾ ਕੁਛ ਨਹੀਂ, ਪਤਾ ਕੁਛ ਨਹੀਂ ਹੈ ਕਿ ਇਹ ਕਿਵੇਂ ਉਹ ਮਰਿਆਦਾਵਾਂ ਜਿਹੜੀਆਂ ਨੇ ਨਾ ਕਿਵੇਂ ਬਣ ਜਾਂਦੀਆਂ ਨੇ, ਮਰਿਆਦਾਵਾਂ ਕਿਵੇਂ ਬਣ ਜਾਂਦੀਆਂ ਨੇ। ਕੋਈ ਬੀਬੀ ਸੀ ਛੋਟੀ ਬੱਚੀ, ਤੇ ਉਹਦੀ ਮਾਂ ਨੇ ਦੁੱਧ ਜਮਾਣਾ ਨਾ ਜਦੋਂ, ਤੇ ਉਹਨੇ ਆਪਣੀ ਬੇਟੀ ਨੂੰ ਕਹਿਣਾ ਬਿੰਦੋ ਉਹ ਬਿੱਲੀ ਫੜ ਕੇ ਟੋਕਰੇ ਥੱਲੇ ਡੱਕ, ਦੁੱਧ ਜਮਾਈਏ। ਤੇ ਬਿੰਦੋ ਨੂੰ ਖੁਸ਼ੀ ਹੋਣੀ ਵੀ ਬਿੱਲੀ ਫੜਾਂਗੀ, ਬਿੰਦੋ ਨੇ ਬਿੱਲੀ ਦੇ ਪਿੱਛੇ ਭੱਜਣਾ ਤੇ ਬਿੱਲੀ ਫੜ ਕੇ ਟੋਕਰੇ ਥੱਲੇ, ਤੇ ਮਾਂ ਨੇ ਖੱਟਾ ਲਾਣਾ, ਜਾਗ ਲਾਣੀ, ਦੁੱਧ ਢੱਕ ਦੇਣਾ, ਦੁੱਧ ਤੇ ਦੂਜਾ ਟੋਕਰਾ ਦੇ ਦੇਣਾ ਤੇ ਬਿੱਲੀ ਨੂੰ ਫਿਰ ਕੱਢ ਦੇਣਾ। ਬਿੰਦੋ ਨੂੰ ਵੀ ਮਜ਼ਾ ਆਉਂਦਾ ਸੀ ਬਿੱਲੀ ਫੜਦਿਆਂ, ਤੇ ਬਿੱਲੀ ਨੂੰ ਵੀ ਆਦਤ ਪੈ ਗਈ ਸੀ ਕਿ ਹੁਣ ਮੈਨੂੰ ਥੋੜੀ ਦੇਰ ਵਾਸਤੇ ਟੋਕਰੇ ਵਿੱਚ ਜਾਣਾ ਹੀ ਪੈਣਾ। ਹੁਣ 8-10 ਸਾਲ ਦੀ ਬੱਚੀ ਬਿੰਦੋ ਫੜਨੀ ਸ਼ੁਰੂ ਕੀਤੀ ਸੀ ਬਿੱਲੀ, ਤੇ 20-22 ਸਾਲ ਤੱਕ ਯਾਨੀ 14-15 ਸਾਲ ਉਹ ਬਿੱਲੀ ਫੜਦੀ ਰਹੀ ਕਿ ਦੁੱਧ ਜਮਾਣਾ ਹੈ ਤੇ ਬਿੱਲੀ ਟੋਕਰੇ ਥੱਲੇ ਡੱਕਣੀ। ਹੁਣ 20-22 ਸਾਲ ਦੀ ਕੁੜੀ ਦਾ ਹੋ ਗਿਆ ਵਿਆਹ, ਉਹ ਗਈ ਆਪਣੇ ਸਹੁਰਿਆਂ ਵਾਲੇ, 1-2 ਦਿਨ ਤਾਂ ਰਹੀ, ਫਿਰ ਲੋਕੀ ਕੰਮ ਲਾਉਂਦੇ ਨੇ ਨਾ, ਉਹਨਾਂ ਨੇ ਕੰਮ ਲਾਇਆ ਤੇ ਰਾਤ ਨੂੰ ਜਮਾਣਾ ਸੀ ਦੁੱਧ,
ਤੇ ਸੱਸ ਕਹਿਣ ਲੱਗੀ ਬਲਵਿੰਦਰ ਬੇਟੀ ਲਿਆ ਜਾਗ ਲਾਈਏ ਦੁੱਧ ਨੂੰ। ਤੇ ਉਹ ਕਹਿੰਦੀ ਬੇਟੇ ਬੇਬੇ ਬਿੱਲੀ ਕਿੱਥੇ? ਉਹ ਕਹਿੰਦੀ ਬਿੱਲੀ ਕਿਹੜੀ? ਕਹਿੰਦੀ ਬੇਬੇ ਬਿੱਲੀ ਟੋਕਰੇ ਥੱਲੇ ਡੱਕਾਂਗੇ ਤਾਂ ਹੀ ਦੁੱਧ ਜੰਮੇਗਾ ਨਾ, ਐਵੇਂ ਦਹੀਂ ਥੋੜਾ ਜੰਮਦਾ। ਉਹ ਕਹਿੰਦੀ ਹੈ ਬਿੱਲੀ? ਕਹਿੰਦੀ ਹਾਂ ਬੇਬੇ ਬਿੱਲੀ ਤੋਂ ਬਿਨਾ ਨਹੀਂ ਦਹੀਂ ਜੰਮਦਾ, ਬਿੱਲੀ ਟੋਕਰੇ ਥੱਲੇ ਡੱਕਾਂਗੇ ਤਾਂ ਦਹੀਂ, ਨਹੀਂ ਤੇ ਦਹੀਂ ਨਹੀਂ ਸਵੇਰੇ ਜੰਮਣਾ, ਲੱਸੀ ਲੁੱਸੀ ਨਹੀਂ ਬਣਨੀ, ਮੱਖਣ ਮੁੱਖਣ ਨਹੀਂ ਨਿਕਲਣਾ। ਸੱਸ ਹੈਰਾਨ ਹੋ ਗਈ। ਉਹਨੇ ਉਹਦੀ ਕੁੜੀ ਦੀ ਮਾਂ ਨੂੰ ਫੋਨ ਕੀਤਾ, ਕਹਿਣ ਲੱਗੀ ਭੈਣ ਬਿੱਲੀ ਵਾਲੀ ਕਿਹੜੀ ਗੱਲ ਹੈ? ਪਿਆ ਬਲਵਿੰਦਰ ਤਾਂ ਕਹਿੰਦੀ ਵੀ ਬਿੱਲੀ ਡੱਕਾਂਗੇ ਤੇ ਤਾਂ ਦੁੱਧ ਜੰਮਣਾ ਨਹੀਂ, ਇਹਨੂੰ ਕੁਛ ਸਿਖਾਇਆ ਨਹੀਂ ਕੁੜੀ ਨੂੰ, ਚੱਕਰ ਕੀ ਹੈ? ਤੇ ਮਾਂ ਹੱਸਣ ਲੱਗੀ, ਕਹਿਣ ਲੱਗੀ ਭੈਣ ਗੱਲ ਇਹ ਵੀ ਸਾਡੇ ਘਰ ਹੈਗੀ ਬਿੱਲੀ, ਤੇ ਜਦੋਂ ਅਸੀਂ ਦੁੱਧ ਜਮਾਨੇ ਆ ਤੇ ਬਿੱਲੀ ਪਾਉਂਦੀ ਹੈ ਮੂੰਹ ਦੁੱਧ 'ਚ, ਤੇ ਵਾਲ ਵੂਲ ਨਾ, ਇਸ ਕਰਕੇ ਅਸੀਂ ਉਸ ਟਾਈਮ ਬਿੱਲੀ ਟੋਕਰੇ ਥੱਲੇ ਡੱਕਨੇ ਆ, ਤੇ ਇਹਨੂੰ ਮਤਲਬ ਆਦਤ ਪੈ ਗਈ ਤੇ ਉਹਨੂੰ ਉਸੇ ਚੱਕਰ ਵਿੱਚ। ਹੁਣ ਦੇਖੋ ਉੱਥੇ ਲੋੜ ਹੈ ਬਿੱਲੀ ਡੱਕਣ ਦੀ, ਪਰ ਉਹ ਕੁੜੀ ਮਰਿਆਦਾ ਬਣਾ ਬੈਠੀ। ਸਾਡੀਆਂ ਮਰਿਆਦਾਵਾਂ ਬਹੁਤੀਆਂ ਐਵੇਂ ਹੀ ਬਣੀਆਂ ਹੋਈਆਂ ਨੇ, ਧਰਮ ਦੇ ਨਾਮ ਤੇ ਕਰਮਕਾਂਡ ਐਵੇਂ ਨੇ ਵੀ ਬਿੱਲੀ ਅਸੀਂ ਡੱਕ ਰਹੇ ਹਾਂ, ਪਤਾ ਨਹੀਂ ਕਿਉਂ ਡੱਕ ਰਹੇ ਹਾਂ, ਪਤਾ ਨਹੀਂ ਕਿਉਂ ਡੱਕ ਰਹੇ ਹਾਂ। ਇੱਕ ਫੌਜੀ, ਮੈਂ ਪਿੱਛੇ ਕਹਾਣੀ ਪੜ੍ਹ ਰਿਹਾ ਸਾਂ, ਤੇ ਉਹਨਾਂ ਨੇ ਵੇਖਿਆ ਵੀ ਇੱਕ ਬੈਂਚ, ਤੇ ਬੈਂਚ ਦੇ ਕੋਲ ਦੋ ਫੌਜੀਆਂ ਦੀ ਡਿਊਟੀ ਲਗਾਈ ਸੀ ਵੀ ਤੁਸੀਂ ਇੱਥੇ ਖਲੋਣਾ ਹੈ। ਤੇ ਉਹ ਫੌਜੀ ਬੈਂਚ ਦੇ ਕੋਲ ਖਲੋਂਦੇ ਸਨ, ਰੋਜ਼ ਡਿਊਟੀ ਲੱਗਦੀ, ਨਾ ਕਿਸੇ ਨੇ ਆਉਣਾ ਨਾ ਕਿਸੇ ਨੇ ਜਾਣਾ। ਉਹ ਇੱਕ ਫੌਜੀ ਨੇ ਦੂਜੇ ਤੋਂ ਪੁੱਛਿਆ ਵੀ ਇੱਥੇ ਯਾਰ ਡਿਊਟੀ ਕਿਉਂ ਲੱਗਦੀ ਹੈ? ਕਹਿਣ ਲੱਗੇ ਪਤਾ ਨਹੀਂ। ਉਹਨਾਂ ਆਪਣੇ ਤੋਂ ਉਤਲੇ ਅਫਸਰ ਤੋਂ ਪੁੱਛਿਆ, ਉਹ ਕਹਿਣ ਲੱਗਾ ਪਤਾ ਨਹੀਂ ਭਰਾ, ਸਾਡਾ ਅਫਸਰ ਕਹਿੰਦਾ ਹੁੰਦਾ ਸੀ ਤੇ ਡਿਊਟੀ। ਉਹਦੇ ਤੋਂ ਵੱਡੇ ਤੋਂ ਪੁੱਛਿਆ, ਉਹ ਕਹਿਣ ਲੱਗਾ ਵੀ ਉਹ ਸਾਡਾ ਕਰਨਲ ਲਗਾਉਂਦਾ ਸੀ ਡਿਊਟੀ, ਉਹ ਰਿਟਾਇਰ ਹੋ ਚੁੱਕਾ ਸੀ। ਤੇ ਰਿਟਾਇਰ ਆਫੀਸਰ ਨੂੰ ਫੋਨ ਕੀਤਾ, ਕਹਿਣ ਲੱਗਾ ਵੀ ਇਸ ਤਰ੍ਹਾਂ ਇੱਕ ਬੈਂਚ ਹੈ ਤੇ ਉਹਦੇ ਕੋਲ ਦੋ ਫੌਜੀਆਂ ਦੀ ਡਿਊਟੀ ਲਗਾਈ, ਉਹ ਡਿਊਟੀ ਕਾਹਦੇ ਤੋਂ ਲਗਾਉਂਦੇ ਸੀ? ਤੁਸੀਂ ਸ਼ੁਰੂ ਕੀਤੀ ਸੀ ਤੇ ਅੱਜ 15 ਸਾਲ ਹੋ ਗਏ ਨੇ, ਤੇ ਤੁਸੀਂ ਉਹ ਡਿਊਟੀ ਸ਼ੁਰੂ ਕੀਤੀ ਸੀ ਕਿਉਂ? ਤੇ ਉਹਨੇ ਅੱਗੋਂ ਫੋਨ ਤੇ ਪੁੱਛਿਆ, ਕਹਿੰਦਾ ਹਾਲੀ ਉਸ ਬੈਂਚ ਦਾ ਰੰਗ ਸੁੱਕਿਆ ਨਹੀਂ। ਯਾਨੀ ਉਹਨਾਂ ਤੇ ਸਿਪਾਹੀ ਖਿਲਾਰੇ ਸਨ ਦੋ ਵੀ ਰੰਗ ਸੁੱਕ ਜਾਏਗਾ ਤੇ ਉਦੋਂ ਤੱਕ ਕੋਈ ਉੱਤੇ ਬਹਿ ਨਾ ਜਾਏ। ਉਹਦੀ ਬਦਲੀ ਹੋ ਗਈ, ਉਹਨਾਂ ਨੇ ਦੂਜਿਆਂ ਨੇ ਮਤਲਬ ਬੰਦੇ ਖਿਲਾਰਨੇ ਸ਼ੁਰੂ ਕਰਤੇ, ਤੂੰ 15 ਸਾਲ ਤੋਂ ਉੱਥੇ ਖਿਲਾਰੀ ਜਾ ਰਿਹਾ। ਐਵੇਂ ਹੀ ਸਾਰਾ ਕੁਝ ਹੋਈ ਜਾਂਦਾ ਹੈ। ਕਬੀਰ ਜੀ ਇਹਨੂੰ ਕਹਿੰਦੇ ਨੇ ਦੁਨੀਆ ਕੇ ਦੋਖੇ ਮੂਆ, ਕਿ ਕੁੱਲਾ ਰੀਤਾਂ ਜੋ ਨੇ ਸਾਡੀਆਂ, ਮੜੀਆਂ ਤੇ ਦੀਵੇ ਜਗਾਣੇ, ਜਠੇਰੇ ਪੂਜਣੇ। ਹੁਣ ਕਿੰਨੇ ਨੇ ਇੰਡੀਆ ਵਿੱਚ ਜਠੇਰੇ ਪੂਜ ਰਹੇ ਨੇ, ਪੁੱਛੋ ਕੌਣ? ਕਹਿੰਦੇ ਪਤਾ ਨਹੀਂ, ਲੇਕਿਨ ਕਰੀ ਜਾ ਰਹੇ ਆ, ਤੀਰਥਾਂ ਤੇ ਨਾਈ ਜਾ ਰਹੇ ਆ, ਵਰਤ ਨਰਾਤੇ ਸ਼ਰਾਧ ਕਰੀ ਜਾ ਰਹੇ ਆ, ਸਾਡੀ ਕੁੱਲ ਦੀ ਰੀਤ ਹੈ, ਲੋਕ ਲਾਜ। ਤਾਂ ਕਬੀਰ ਜੀ ਕਹਿੰਦੇ ਨੇ ਮਨੁੱਖ ਆਮ ਤਰ ਕਰਕੇ ਕੁੱਲਾਂ ਰੀਤ ਅਨੁਸਾਰ ਤੁਰਦਾ ਰਹਿੰਦਾ ਹੈ, ਇਸ ਖਿਆਲ ਨਾਲ ਕਿ ਦੁਨੀਆ ਕੀ ਆਖੇਗੀ। ਲੋਕਾਚਾਰ ਨੂੰ ਛੱਡ ਕੇ ਰੱਬੀ ਗੁਣਾ ਵਾਲੇ ਪਾਸੇ ਨਹੀਂ ਤੁਰਦਾ, ਸੱਚ ਵਾਲੇ ਪਾਸੇ ਨਹੀਂ ਤੁਰਦਾ, ਤੇ ਹੁੰਦਾ ਕੀ ਇਹ ਆਤਮਕ ਮੌਤ ਤੇ ਮਰ ਜਾਂਦਾ, ਆਤਮਕ ਮੌਤ ਤੇ ਮਰ ਜਾਂਦਾ ਹੈ। ਕਬੀਰ ਜੀ ਕਹਿੰਦੇ ਨੇ ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੇ ਮਸਾਨ। ਹੁਣ ਤੇ ਤੂੰ ਕਹਿੰਦਾ ਮੇਰਾ ਨੱਕ ਨਹੀਂ ਰਹਿੰਦਾ, ਮੇਰੀ ਇੱਜ਼ਤ ਨਹੀਂ ਰਹਿੰਦੀ। ਤੇ ਕਬੀਰ ਜੀ ਕਹਿੰਦੇ ਨੇ ਜਦੋਂ ਤੇਰੀ ਮੌਤ ਆਏਗੀ, ਤੇਰੀ ਲਾਸ਼ ਨੂੰ ਸ਼ਮਸ਼ਾਨ ਭੂਮੀ 'ਚ ਲਿਆ ਕੇ ਰੱਖਣਗੇ, ਫਿਰ ਕਿਹਦੀ ਕੋਲ ਨੂੰ ਲਾਜ ਲੱਗੇਗੀ? ਫਿਰ ਤੇਰਾ ਕੀ ਹੋਏਗਾ? ਫਿਰ ਤਾਂ ਤੈਨੂੰ ਸਾੜਨਾ ਨਾ, ਆਮ ਬੰਦੇ ਦੀ ਤਰ੍ਹਾਂ, ਜਿਵੇਂ ਗਰੀਬ ਸੜਦਾ ਉਵੇਂ ਤੂੰ ਸੜਨਾ ਹੈ। ਯਾਨੀ ਤੇਰੀ ਫਿਰ ਕਿਹਦੀ ਕੋਲ ਲਾਜ ਉਹਨੂੰ ਲੱਗੇਗੀ? ਤਾਂ ਇੱਥੇ ਗੱਲ ਕੇਵਲ ਸਰੀਰਕ ਮੌਤ ਦੀ ਨਹੀਂ ਹੈ, ਗੱਲ ਇਹ ਹੈ ਵੀ ਕੋਲਾਂ ਰੀਤੀ ਅਨੁਸਾਰ ਚੱਲਦਿਆਂ, ਸੱਚ ਨਾਲੋਂ ਟੁੱਟ ਕੇ, ਵਿਕਾਰਾਂ ਵਿੱਚ ਖਚਤ ਹੋ ਕੇ, ਜਦ ਤੇਰੀ ਜ਼ਮੀਰ ਮਰ ਜਾਏਗੀ, ਤੇਰੀਆਂ ਖੁਸ਼ੀਆਂ ਖਤਮ ਹੋ ਜਾਣਗੀਆਂ, ਤਾਂ ਫਿਰ ਕਿਹਦੀ ਕੋਲ ਨੂੰ ਲਾਜ ਲੱਗੇਗੀ? ਫਿਰ ਤੇਰੀ ਇੱਜ਼ਤ ਜਿਹੜੀ ਹੈ ਕਿਵੇਂ ਬਣੇਗੀ? ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਕੁਝ ਚੀਜ਼ਾਂ ਐਸੀਆਂ ਲੋਕਾਚਾਰੀ ਕਰਕੇ ਹੀ ਨਾ ਨਿਭਾਓ, ਸੱਚ ਨੂੰ ਸਮਝੋ ਕਿ ਸੱਚ ਕੀ ਹੈ, ਸੱਚੇ ਰਾਹ ਦੇ ਉੱਤੇ ਤੁਰਨ ਦਾ ਯਤਨ ਕਰੋ, ਮਨ ਬਚਨ ਕਰਮ ਕਰਕੇ ਸਚਿਆਰ ਬਣਨ ਦਾ ਯਤਨ ਕਰੋ। ਦੇਖਾ ਦੇਖੀ ਨਾ, ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਹੇ, ਵੇਖਾ ਵੇਖੀ ਨਾ ਕਰੀ ਜਾਓ ਕਿ ਇੱਕ ਜਾ ਰਿਹਾ ਤੇ ਦੂਜਾ ਵੀ, ਦੂਜਾ ਜਾ ਰਿਹਾ ਤੀਜਾ ਵੀ, ਭੇਡਾ ਚਾਲ
ਵਾਲੀ ਚੀਜ਼ ਨੂੰ ਛੱਡ ਕੇ ਕਬੀਰ ਜੀ ਕਹਿੰਦੇ ਨੇ ਰੱਬੀ ਗੁਣਾਂ ਦੇ ਨਾਲ ਜੁੜੋ, ਸੱਚ ਦੇ ਨਾਲ ਜੁੜੋ। ਜਿੰਨੀਆਂ ਵੀ ਤੁਹਾਡੀਆਂ ਰੀਤਾਂ ਵਗੈਰਾ ਰਸਮਾਂ ਨੇ, ਐਵੇਂ ਹੀ ਨਾ ਇਹਨਾਂ ਦੇ ਪਿੱਛੇ ਟਾਈਮ ਬਰਬਾਦ ਕਰੀ ਜਾਓ, ਸਗੋਂ ਸੱਚੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਅਗਲਾ ਬਚਨ ਕਰਦੇ ਨੇ ਕਬੀਰ, ਡੂਬਹਿ ਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ। ਬਹੁ ਲੋਗਨ ਕੀ ਕਾਨ ਦਾ ਮਤਲਬ ਲੋਕ ਲਾਜ ਵਿੱਚ, ਬਾਪੁਰੇ ਦਾ ਮਤਲਬ ਮੰਦਭਾਗੀ ਜੀਵ, ਡੂਬੇਗੋ ਦਾ ਮਤਲਬ ਤੂੰ ਡੁੱਬ ਜਾਏਗਾ। ਕਬੀਰ ਜੀ ਕਹਿੰਦੇ ਨੇ ਕਿ ਲੋਕ ਲਾਜ ਵਿੱਚ ਫਸ ਕੇ, ਲੋਕ ਲਾਜ ਵਾਲੇ ਕਰਮ ਕਰਦਿਆਂ ਕਰਦਿਆਂ ਸੱਚ ਦੇ ਨਾਲੋਂ ਟੁੱਟ ਜਾਏਗਾ, ਰੱਬੀ ਗੁਣਾਂ ਨਾਲੋਂ ਟੁੱਟ ਜਾਏਗਾ। ਤੇ ਡੂਬੇਗੋ ਦਾ ਮਤਲਬ ਡੁੱਬ ਜਾਏਗਾ, ਆਤਮਿਕ ਮੌਤ ਤੇ ਮਰ ਜਾਏਗਾ। ਤੇਰੀਆਂ ਖੁਸ਼ੀਆਂ ਖਤਮ, ਤੇਰੇ ਗੁਣ ਖਤਮ, ਤੇਰੇ ਅੰਦਰੋਂ ਇਨਸਾਨੀਅਤ ਖਤਮ। ਔਰ ਹਕੀਕਤ ਹੈ, ਦੇਖੋ ਕਿਵੇਂ ਅਸੀਂ ਲੋਕ ਲਾਜ ਪਿੱਛੇ ਪਏ ਆ, ਤੀਰਥਾਂ ਤੇ ਨਹਾ ਰਹੇ ਆ, ਮਾਲਾ ਫੇਰ ਰਹੇ ਆ, ਵਿਖਾਵੇ ਦੇ ਜਪ ਤਪ ਅਸੀਂ ਕਰ ਰਹੇ ਹਾਂ। ਆਮ ਬੰਦਾ ਕਰ ਰਿਹਾ ਨਾ ਦੁਨੀਆ ਵਿੱਚ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਿੰਨੇ ਧਰਮ ਨੇ। ਸਾਰੇ ਲੋਕ ਆਪੋ ਆਪਣੇ ਧਰਮਾਂ ਅਨੁਸਾਰ ਕਰਮ ਕਰਦੇ ਨੇ ਪਏ, ਲੇਕਿਨ ਅਸਲੀਅਤ ਕੀ ਹੈ? ਅਸਲੀਅਤ ਇਹ ਹੈ ਕਿ ਚੋਰੀਆਂ ਕੁੱਤਾ ਲੱਭਦਾ ਪਿਆ। ਕੁੱਤਾ ਸੁੰਘ ਕੇ ਦੱਸਦਾ ਆ ਬੰਦਾ ਚੋਰ ਹੈ, ਕੁੱਤਾ ਸੁੰਘ ਕੇ ਦੱਸਦਾ ਹੈ ਬੰਦਾ ਡਾਕੂ ਹੈ, ਕੁੱਤਾ ਸੁੰਘ ਕੇ ਦੱਸਦਾ ਇਸ ਬੰਦੇ ਦੀ ਅਟੈਚੀ ਵਿੱਚ ਕੋਈ ਨਜਾਇਜ਼ ਪਦਾਰਥ ਹੈ। ਤੇ ਬੰਦਾ ਬਾਹਰੀ ਤੌਰ ਤੇ ਧਰਮੀ ਬਣਿਆ ਫਿਰਦਾ ਤੇ ਬੰਦੇ ਦੀਆਂ ਚੋਰੀਆਂ ਕੁੱਤੇ ਲੱਭਦੇ ਫਿਰਦੇ ਨੇ। ਕੰਡੀਸ਼ਨ ਇਹ ਬਣੀ ਪਈ। ਗੁਰਦੁਆਰੇ ਸਾਹਿਬਾਨ, ਮੰਦਿਰ, ਮਸਜਿਦਾਂ ਵਿੱਚ, ਹੋਰ ਧਰਮ ਸਥਾਨਾਂ ਤੇ ਕਿੰਨੀ ਭੀੜ ਹੈ। ਇਹਦਾ ਮਤਲਬ ਇੰਨੇ ਧਰਮੀ ਲੋਕ ਨੇ, ਪਰ ਧਰਮ ਸਥਾਨਾਂ ਤੋਂ ਜੁੱਤੀਆਂ ਚੁੱਕੀਆਂ ਜਾਂਦੀਆਂ ਨੇ। ਹਾਲਾਤ ਇਹ ਹੈ ਕਿ ਜੁੱਤੀਆਂ ਵੀ ਜਮ੍ਹਾਂ ਕਰਾਉਣੀਆਂ ਪੈ ਰਹੀਆਂ ਨੇ। ਜੁੱਤੀਆਂ ਚੋਰੀ ਤੋਂ ਬਚਾਉਣ ਵਾਸਤੇ ਬੰਦੇ ਖਿਲਾਰਨੇ ਪੈ ਰਹੇ ਨੇ ਧਰਮ ਸਥਾਨਾਂ ਤੇ। ਕੰਡੀਸ਼ਨ ਇਹ ਹੈ, ਬਾਹਰੋਂ ਅਸੀਂ ਧਰਮੀ ਦਿਸਦੇ ਹਾਂ। ਤਾਂ ਕਬੀਰ ਜੀ ਕਹਿੰਦੇ ਨੇ ਲੋਕ ਲਾਜ ਵਾਸਤੇ ਆਮ ਲੋਕਾਂ ਦੀ ਤਰ੍ਹਾਂ ਤੂੰ ਹੀ ਡੁੱਬ ਜਾਏਗਾ, ਜ਼ਮੀਰ ਖਤਮ ਹੋ ਜਾਏਗੀ, ਇਨਸਾਨੀਅਤ ਖਤਮ ਹੋ ਜਾਏਗੀ, ਗੁਣ ਖਤਮ ਹੋ ਜਾਣਗੇ। ਔਰ ਹਕੀਕਤ ਹੈ, ਜਰਾ ਚਾਰ ਚਫੇਰੇ ਝਾਤ ਮਾਰ ਕੇ ਵੇਖੋ, ਧਰਮ ਕਰਮ ਆਮ ਲੋਕ ਕਰ ਰਹੇ ਨੇ, ਪਰ ਪਰਿਵਾਰ ਟੁੱਟ ਰਹੇ ਨੇ, ਰਿਸ਼ਤੇ ਬਿਖਰ ਰਹੇ ਨੇ, ਮਿੱਤਰਤਾ ਵਿੱਚ ਦਰਾਰਾਂ ਪੈ ਰਹੀਆਂ ਨੇ, ਬੰਦਾ ਬੰਦੇ ਤੋਂ ਦੂਰ ਹੋ ਰਿਹਾ ਹੈ, ਬੰਦੇ ਦਾ ਵਿਸ਼ਵਾਸ ਗੁਆਚਦਾ ਜਾ ਰਿਹਾ ਹੈ। ਔਰ ਕਦੇ ਐਸਾ ਸੀ ਕਿ ਸਿੱਖ ਗਵਾਹੀ ਦਿੰਦਾ ਸੀ ਤੇ ਉਹਦੀ ਗਵਾਹੀ ਦੇ ਉੱਤੇ ਅਮਲ ਕੀਤਾ ਜਾਂਦਾ ਸੀ, ਸੱਚ ਮੰਨਿਆ ਜਾਂਦਾ ਸੀ। ਇਹ ਮਸ਼ਹੂਰ ਸੀ ਕਿ ਸਿੱਖ ਕਦੇ ਝੂਠ ਨਹੀਂ ਬੋਲਦਾ, ਇਹ ਖੋਪੜੀ ਲੁਹਾ ਲੇਗਾ ਪਰ ਝੂਠ ਨਹੀਂ ਬੋਲੇਗਾ। ਤੇ ਅੱਜ ਮੈਂ ਵੀ ਸਿੱਖ ਹਾਂ ਤੇ ਮੈਂ ਕਿੱਥੇ ਖੜਾ ਹਾਂ? ਮੈਂ ਤੁਹਾਡੇ ਘਰ ਜਾਣਾ, ਤੁਸੀਂ ਕਹਿੰਦੇ ਵੀਰ ਜੀ ਚਾਹ ਪੀਓਗੇ? ਮੈਂ ਕਹਿੰਦਾ ਨਹੀਂ, ਪੀ ਕੇ ਆਇਆ। ਤੇ ਤੁਸੀਂ ਅੱਗੋਂ ਕਹਿੰਦੇ ਐਵੇਂ ਨਾ ਕਰਿਆ ਜੀ ਵੀਰ ਜੀ, ਸ਼ਰਮਾਨ ਦੀ ਲੋੜ ਨਹੀਂ, ਪੀ ਲਿਓ, ਝੂਠ ਨਾ ਬੋਲਿਓ। ਮੇਰਾ ਇੰਨਾ ਵੀ ਵਿਸ਼ਵਾਸ ਨਹੀਂ ਕਿ ਮੈਂ ਚਾਹ ਪੀ ਕੇ ਆਇਆ ਕਿ ਨਹੀਂ ਪੀ ਕੇ ਆਇਆ। ਇੱਥੇ ਆਣ ਕੇ ਖਲੋ ਗਿਆ ਨਾ ਬੰਦਾ, ਇਹਨੂੰ ਹੀ ਡੁੱਬਣਾ ਕਹਿੰਦੇ ਨੇ। ਕਬੀਰ, ਡੂਬਹਿ ਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ। ਬਹੁਤ ਲੋਕ ਲਾਜ ਵਿੱਚ ਰਿਹਾ, ਲੋਕ ਲਾਜ ਵਿੱਚ ਹੀ ਡੁੱਬ ਜਾਏਗਾ, ਆਤਮਕ ਮੌਤੇ ਮਰ ਜਾਏਗਾ। ਤੇ ਨਾਲ ਸਾਨੂੰ ਸਮਝਾ ਰਹੇ ਨੇ ਪਾਰੋਸੀ ਕੇ ਜੋ ਹੁਆ। ਇਹਨੂੰ ਹੁਆ ਨਹੀਂ ਪੜਨਾ, ਹੁਆ ਪੜਿਆ ਔਂਕੜ ਭੁੱਲ ਜਾਂਦੀ ਹੈ। ਹੁਆ ਹਾਹੇ ਥਲੇ ਦੁਲੇਂਕੜੇ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਪਾਰੋਸੀ ਕੇ ਦਾ ਮਤਲਬ ਗੁਆਂਢੀ ਦੇ ਘਰ ਵਿੱਚ, ਗੁਆਂਢੀ ਦੇ ਘਰ ਵਿੱਚ ਜੋ ਵਾਪਰਿਆ ਹੈ ਤੂੰ ਆਪਣੇ ਪੀ ਜਾਨ। ਇਹ ਗੱਲ ਚੇਤੇ ਰੱਖ ਕਿ ਤੇਰੇ ਘਰ ਵਿੱਚ ਵੀ ਉਹ ਕੁਛ ਵਾਪਰੇਗਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਜੇ ਗੁਆਂਢੀ ਦੇ ਘਰ ਵਿੱਚ ਚੰਗਾ ਕੰਮ ਕੀਤਿਆਂ ਖੁਸ਼ੀ ਆਈ ਹੈ, ਤੇ ਜੇ ਤੂੰ ਚੰਗਾ ਕੰਮ ਕਰੇਗਾ ਉਹ ਖੁਸ਼ੀ ਤੇਰੇ ਘਰ ਵੀ ਆਏਗੀ। ਜੇ ਗੁਆਂਢੀਆਂ ਨੇ ਬੱਚੇ ਨੂੰ ਪੜ੍ਹਾਉਣ ਤੇ ਮਿਹਨਤ ਕੀਤੀ ਹੈ, ਉਹਨਾਂ ਦਾ ਬੱਚਾ ਡਾਕਟਰ ਇੰਜੀਨੀਅਰ ਬਣ ਗਿਆ, ਜੇ ਤੂੰ ਔਰ ਤੇਰਾ ਬੱਚਾ ਮਿਹਨਤ ਕਰੋਗੇ ਤੁਹਾਡਾ ਬੱਚਾ ਵੀ ਡਾਕਟਰ ਇੰਜੀਨੀਅਰ ਬਣ ਜਾਏਗਾ। ਕਿਉਂਕਿ ਜੋ ਗੁਆਂਢੀ ਕਰ ਸਕਦਾ ਤੂੰ ਵੀ ਕਰ ਸਕਦਾ। ਅੱਜ ਗੁਆਂਢੀਆਂ ਦੇ ਘਰ ਖੁਸ਼ੀ ਹੈ, ਕੱਲ ਨੂੰ ਤੇਰੇ ਘਰ ਵਿੱਚ ਵੀ ਖੁਸ਼ੀ ਆਏਗੀ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੇ ਗੁਆਂਢੀ ਪੀਂਦਾ ਸੀ ਨਾ ਰੋਜ਼ ਸ਼ਰਾਬ,
ਤੇ ਉਹਦਾ ਲੀਵਰ ਖਰਾਬ ਹੋ ਗਿਆ, ਕਿਡਨੀਆਂ ਖਰਾਬ ਹੋ ਗਈਆਂ, ਤੇ ਜੇ ਤੂੰ ਪੀਵੇਂਗਾ ਤੇ ਤੇਰੀਆਂ ਵੀ ਹੋਣਗੀਆਂ। ਤੇਰੀਆਂ ਕੋਈ ਲੋਹੇ ਦੀਆਂ ਕਿਡਨੀਆਂ ਨਹੀਂ ਬਣੀਆਂ, ਤੇਰੇ ਘਰ ਵੀ ਉਹ ਚੀਜ਼ ਵਾਪਰੇਗੀ, ਕਿਉਂਕਿ ਨਿਯਮ ਇੱਕੋ ਹੀ ਹੈ ਨਾ। ਜੇ ਗੁਆਂਢੀ ਪਤੀ ਪਤਨੀ ਪ੍ਰੇਮ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਹੈ, ਤੇ ਜੇ ਤੁਸੀਂ ਦੋਵੇਂ ਪਤੀ ਪਤਨੀ ਪ੍ਰੇਮ ਨਾਲ ਰਹੋਗੇ, ਤੁਹਾਡੇ ਘਰ ਵੀ ਖੁਸ਼ੀ ਰਹੇਗੀ। ਤੇ ਯਾਦ ਰੱਖਿਓ, ਜੇ ਗੁਆਂਢੀਆਂ ਦੇ ਘਰ ਦੋਵੇਂ ਜੀ ਕਲੇਸ਼ ਪਾਉਂਦੇ ਸਨ ਨਾ, ਤੇ ਅੱਜ ਉਹਨਾਂ ਦੀ ਤਲਾਕ ਹੋ ਗਈ। ਜੇ ਤੁਸੀਂ ਪਾਓਗੇ ਤੁਹਾਡੀ ਵੀ ਹੋਏਗੀ। ਜੇ ਗੁਆਂਢੀਆਂ ਨੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ, ਤੇ ਅੱਜ ਉਹਨਾਂ ਦਾ ਭੈੜਾ ਹਾਲ ਹੈ। ਜੇ ਤੁਸੀਂ ਨਾ ਦਿਓਗੇ, ਤੁਹਾਡਾ ਵੀ ਹਾਲ ਹੋਏਗਾ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਵੇਖ, ਦੀਨ ਗਵਾਇਆ ਦੁਨੀ ਸਿਉ, ਜਿਨ੍ਹਾਂ ਨੇ ਦੁਨੀ ਵਾਸਤੇ ਆਪਣਾ ਦੀਨ ਗਵਾ ਦਿੱਤਾ, ਜੋ ਊਚ ਭਵਨ ਕਨ ਕਾਮਨੀ ਦੇ ਚੱਕਰਾਂ ਦੇ ਵਿੱਚ ਉਲਝੇ ਰਹੇ, ਜਿਨ੍ਹਾਂ ਨੇ ਹਰੀ ਪ੍ਰਭੂ ਦੇ ਨਾਮ ਨੂੰ, ਚੇਤਨ ਗੁਣਾ ਨੂੰ ਵਿਸਾਰ ਦਿੱਤਾ, ਉਹ ਦੁਖੀ ਨੇ ਨਾ। ਤੇ ਜੇ ਤੂੰ ਵਿਸਾਰੇਗਾ, ਤੂੰ ਵੀ ਦੁਖੀ ਹੋਏਗਾ, ਕਿਉਂਕਿ ਨਿਯਮ ਸਾਰਿਆਂ ਤੇ ਇੱਕੋ ਹੀ ਲਾਗੂ ਹੈ। ਮਤਾ ਤੂੰ ਸਮਝੇ ਕਿ ਗੁਆਂਢੀ ਮਾੜੇ ਕਰਮ ਕਰਦੇ ਰਹੇ, ਉਹ ਦੁਖੀ ਨੇ, ਮੈਂ ਥੋੜਾ ਦੁਖੀ ਹੋਣਾ ਹੈ, ਮੇਰੇ ਘਰ ਥੋੜਾ ਕੁਝ ਵਾਪਰਨਾ ਹੈ, ਤੇਰੇ ਘਰ ਵਿੱਚ ਵੀ ਉਹ ਕੁਝ ਵਾਪਰੇਗਾ। ਇਸ ਲਈ, ਕਿਉਂਕਿ ਸਾਰੇ ਸੰਸਾਰ ਦੇ ਉੱਤੇ ਨੇਮ ਇੱਕੋ ਹੀ ਨਾ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰਿਆਂ ਦੇ ਉੱਤੇ ਇੱਕੋ ਹੀ ਕਾਨੂੰਨ ਹੈ। ਜੇ ਗੁਆਂਢੀਆਂ ਨੇ ਕਣਕ ਬੀਜੀ ਹੈ ਨਾ, ਉਹਨਾਂ ਦੀ ਕਣਕ ਉੱਗੀ ਹੈ, ਤੇ ਤੂੰ ਕਣਕ ਬੀਜੇਗਾ, ਤੇਰੀ ਵੀ ਉੱਗੇਗੀ। ਇਹ ਨਹੀਂ ਕਿ ਗੁਆਂਢੀ ਕਣਕ ਦਾ ਬੀਜ ਬੀਜਣ ਤੇ ਉਹਨਾਂ ਦੀ ਕਣਕ ਤੇ ਉੱਗ ਜਾਵੇ, ਤੇ ਤੂੰ ਬੀਜ ਵੀ ਨਾ ਬੀਜੇ ਤੇ ਤੇਰੀ ਬਿਨਾ ਬੀਜ ਬੀਜਣ ਤੋਂ ਕਣਕ ਉੱਗੇ। ਐਵੇਂ ਨਹੀਂ ਹੋਣਾ। ਨੇਮ ਇੱਕੋ ਹੀ ਹੈ ਸਾਰੀ ਦੁਨੀਆ ਤੇ। ਇਸ ਲਈ ਕਬੀਰ ਜੀ ਸਾਨੂੰ ਚੇਤਾਵਨੀ ਦੇ ਰਹੇ ਨੇ ਕਿ ਭਲੇ ਪੁਰਸ਼ੋ, ਇਸ ਸਮਾਜ ਵੱਲ ਵੇਖੋ, ਜਿਹੜੇ ਤੁਹਾਡੇ ਗੁਆਂਢ ਵਿੱਚ ਹੈ। ਭਾਵ ਇਹ ਨਹੀਂ, ਗੁਆਂਢ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਨਾਲ ਵਾਲਾ ਹੀ, ਗੁਆਂਢ ਦਾ ਮਤਲਬ ਚੌਗਿਰਦਾ, ਚੁਫੇਰੇ। ਸੰਸਾਰ ਵੱਲ ਝਾਤ ਮਾਰ ਕੇ ਵੇਖੋ, ਕਿੰਨੇ ਐਸੇ ਲੋਕ ਨੇ ਜਿਨ੍ਹਾਂ ਨੇ ਸੱਚ ਨੂੰ, ਦਇਆ ਨੂੰ, ਧਰਮ ਨੂੰ, ਧੀਰਜ ਨੂੰ, ਗੁਰਬਾਣੀ ਨੂੰ, ਰੱਬੀ ਗੁਣਾਂ ਨੂੰ ਛੱਡ ਦਿੱਤਾ, ਤੇ ਅੱਜ ਉਹ ਦੁਖੀ ਔਰ ਅਸ਼ਾਂਤ ਨੇ। ਤੇ ਜੇ ਪਿਆਰਿਓ ਤੁਸੀਂ ਛੱਡ ਦਿਓਗੇ, ਤੁਸੀਂ ਵੀ ਦੁਖੀ ਔਰ ਅਸ਼ਾਂਤ ਹੋਵੋਗੇ, ਤੁਸੀਂ ਵੀ ਡੁੱਬ ਜਾਓਗੇ। ਇਸ ਲਈ ਲੋਕ ਲਾਜ ਨੂੰ ਛੱਡੋ ਤੇ ਸੱਚਾਈ ਨੂੰ ਅਪਣਾਓ, ਜੇ ਜੀਵਨ ਵਿੱਚ ਕੁਝ ਪ੍ਰਾਪਤੀ ਕਰਨਾ ਚਾਹੁੰਦੇ ਹੋ। ਕਬੀਰ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ। ਮਧੂਕਰੀ ਦਾ ਮਤਲਬ ਹੁੰਦਾ ਹੈ ਮੰਗੀ ਹੋਈ ਰੋਟੀ। ਘਰ ਘਰ ਤੋਂ ਜਿਹੜੀ ਮੰਗ ਕੇ ਲਿਆਉਂਦੇ ਨੇ, ਉਹਨੂੰ ਮਧੂਕਰੀ ਕਹਿ ਦਿੰਦੇ ਨੇ। ਨਾਨਾ ਬਿਦਕੋ ਦਾ ਮਤਲਬ ਕਈ ਕਿਸਮਾਂ ਦਾ। ਨਾਜ ਦਾ ਮਤਲਬ ਅਨਾਜ। ਜਿਵੇਂ ਆ ਦੇਖਿਆ ਹੈ ਨਾ, ਗੁਰਦੁਆਰੇ ਸਾਹਿਬਾਨ ਵਿੱਚ, ਆਪਣੇ ਪਿੰਡਾਂ ਦੇ ਵਿੱਚ ਭਾਈ ਗ੍ਰੰਥੀ ਪ੍ਰਸ਼ਾਦੇ ਇਕੱਠੇ ਕਰਨ ਜਾਂਦੇ, ਤੇ ਕਿਸੇ ਨੇ ਪਰੌਂਠਾ ਬਣਾਇਆ, ਉਹ ਦੇ ਦਿੱਤਾ, ਕਿਸੇ ਨੇ ਖੀਰ ਬਣਾਈ ਹੈ, ਕੜਾਹ ਬਣਾਇਆ ਹੈ, ਦਾਲ ਬਣਾਈ ਹੈ, ਸਬਜ਼ੀ ਬਣਾਈ ਹੈ। ਬਾਬੇ ਕਾਰਸੇ ਵਾਲਿਆਂ ਡੇਰੇ ਤੇ ਪ੍ਰਸ਼ਾਦੇ ਇਕੱਠੇ ਕਰਨ ਜਾਂਦੇ, ਤੇ ਕਿੰਨੇ ਕਿਸਮ ਦੇ ਪ੍ਰਸ਼ਾਦੇ, ਕਿਤੇ ਮੱਕੀ ਦੇ ਆ ਗਏ, ਕਣਕ ਦੇ ਆ ਗਏ, ਕਿਤੇ ਦਾਲ ਆ ਗਈ, ਕੜੀ ਆ ਗਈ, ਤੇ ਸਾਰਾ ਕੁਝ ਵਿੱਚ ਹੀ ਪਵਾਈ ਜਾਂਦੇ ਨੇ। ਤੇ ਫਿਰ ਉਹਨੂੰ ਫਿਰ ਇਕੱਠਾ ਕਰਕੇ, ਜਦੋਂ ਦਾਲ ਨੂੰ ਤੇ ਸਬਜ਼ੀ ਨੂੰ ਤੇ ਅਦਰਕ ਤੇ ਪਾ ਕੇ ਥੋੜਾ ਥੂਮ ਵਗੈਰਾ ਤੜਕਾ ਲਾਇਆ ਜਾਏ, ਤੇ ਹੋਰ ਸਵਾਦ ਬਣ ਜਾਂਦੇ ਨੇ। ਤਾਂ ਕਬੀਰ ਜੀ ਇੱਥੇ ਇੱਕ ਚੀਜ਼ ਸਮਝਾ ਰਹੇ ਨੇ ਸਾਨੂੰ। ਇੱਥੇ ਗੱਲ ਕਰ ਰਹੇ ਨੇ ਦਾਅਵੇ ਦੀ। ਦਾਅਵੇ ਦਾ ਮਤਲਬ ਮਲਕੀਅਤਾਂ ਦਾ ਹੱਕ, ਦਾਅਵੇ ਕਰਨੇ ਕਿ ਇਹ ਵੀ ਮੇਰਾ ਹੈ, ਇਹ ਵੀ ਮੇਰਾ ਹੈ, ਹਰ ਚੀਜ਼ ਦੇ ਉੱਤੇ ਦਾਅਵਾ। ਦੇਖੋ, ਇੱਕ ਚੀਜ਼ ਹੁੰਦੀ ਹੈ ਦਸਾਂ ਨਵਾਂ ਦੀ, ਧਰਮ ਦੀ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ, ਆਪਣਾ ਮਕਾਨ ਬਣਾਉਣਾ ਸੋਹਣਾ, ਆਪਣੇ ਬੱਚਿਆਂ ਨੂੰ ਪਾਲਣਾ, ਸੋਹਣਾ ਖਾਣਾ ਪੀਣਾ, ਸੋਹਣੇ ਕੱਪੜੇ ਪਾਣੇ, ਸੋਹਣੀ ਜ਼ਿੰਦਗੀ ਜੀਣੀ। ਇਹ ਹਰ ਇਨਸਾਨ ਦਾ ਹੱਕ ਵੀ, ਹਰ ਇਨਸਾਨ ਦਾ ਫਰਜ਼ ਵੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਧਰਮੀ ਬੰਦਾ ਕੱਪੜੇ ਭੈੜੇ ਪਾਈ ਫਿਰੇ, ਧਰਮੀ ਬੰਦਾ ਵਾਲ ਹੀ ਨਾ ਵਾਏ, ਐਵੇਂ ਹੀ ਬਣਿਆ ਫਿਰੇ। ਇਹ ਗੱਲ ਨਹੀਂ ਹੈ। ਇਹ ਨਹੀਂ ਕਿ ਧਰਮੀ ਬੰਦੇ ਦਾ ਮਕਾਨ ਹੀ ਭੈੜਾ ਜਿਹਾ ਹੋਵੇ, ਛਪਰੀ ਹੋਵੇ, ਕਿ ਉਹ ਮਹਿਲ ਨਹੀਂ ਬਣਾ ਸਕਦਾ, ਕਿ ਉਹ ਕਾਰਾਂ ਨਹੀਂ ਲੈ ਸਕਦਾ। ਕੋਈ ਮਨਾਹੀ ਨਹੀਂ ਉਹਦੇ ਵਾਸਤੇ। ਧਰਮੀ ਬੰਦੇ ਦਾ ਮਤਲਬ ਸਿਰਫ ਇੰਨਾ ਹੈ ਕਿ ਜੋ ਵੀ ਉਹਨੇ ਖੱਟਣਾ ਕਮਾਣਾ ਹੈ, ਉਹਦੀ ਕਿਰਤ ਸੱਚੀ ਸੁੱਚੀ ਹੋਏਗੀ। ਉਹ 2 ਨੰਬਰ ਦੇ ਧੰਦੇ ਨਹੀਂ ਕਰੇਗਾ।
ਸੱਚੀ ਸੁੱਚੀ ਇਮਾਨਦਾਰੀ ਦੀ ਕਿਰਤ ਦੇ ਨਾਲ ਤੁਸੀਂ ਮਹਿਲ ਬਣਾ ਲਓ। ਲੇਕਿਨ ਇੱਕ ਤੇ ਐਸੀ ਜ਼ਿੰਦਗੀ ਸੱਚੀ ਕਿਰਤ, ਤੇ ਦੂਜੀ ਇਹ ਹੈ ਸੱਚ ਨੂੰ ਛੱਡ ਦੇਣਾ ਤੇ ਬੇਗਾਨੇ ਹੱਕ ਵੀ ਖਾਣੇ, ਦਾਅਵੇ ਕਰਨੇ ਕਿ ਇਹ ਵੀ ਚੀਜ਼ ਮੈਨੂੰ ਮਿਲ ਜਾਏ, ਇਹ ਵੀ ਮੈਨੂੰ ਮਿਲ ਜਾਏ, 2 ਨੰਬਰ ਦੇ ਧੰਦੇ ਕਰਨੇ, ਮੱਲਾਂ ਮਾਰਨੀਆਂ। ਉਹ ਚੀਜ਼ ਗਲਤ। ਮੱਲਾਂ ਮਾਰਨੀਆਂ, ਬੇਗਾਨੀਆਂ ਪ੍ਰਾਪਰਟੀਆਂ ਦੇ ਉੱਤੇ ਕਬਜ਼ੇ ਕਰਨੇ, ਉਹ ਚੀਜ਼ ਗਲਤ ਹੈ। ਕਿਉਂਕਿ ਜੇ ਐਸੀ ਬਿਰਤੀ ਹਰ ਬੰਦੇ ਵਿੱਚ ਪੈਦਾ ਹੋ ਜਾਏ ਤੇ ਸਮਾਜ ਦਾ ਹਾਲ ਕੀ ਹੋ ਜਾਏਗਾ। ਇਸ ਲਈ ਕਬੀਰ ਜੀ ਕਹਿੰਦੇ ਨੇ, ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ। ਕਬੀਰ ਜੀ ਕਹਿ ਰਹੇ ਨੇ ਵੀ ਭਲੀ ਮਤੂਕਰੀ, ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ, 2 ਨੰਬਰ ਦੇ ਧੰਦੇ ਕਰਨ ਨਾਲੋਂ ਘਰ ਘਰ ਤੋਂ ਮੰਗ ਕੇ ਖਾਧੀ ਹੋਈ ਰੋਟੀ ਚੰਗੀ ਹੈ, ਜਿਹਦੇ ਵਿੱਚ ਕਈ ਕਿਸਮ ਦਾ ਅਨਾਜ ਹੈ। ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ। ਜਿਹੜਾ ਮੰਗਤਾ ਹੈ ਕਿਸੇ ਜਾਇਦਾਦ ਉੱਤੇ, ਮਲਕੀਅਤ ਦਾ ਹੱਕ ਨਹੀਂ ਬਣਦਾ। ਸਾਰਾ ਦੇਸ਼ ਉਹ ਆਪਣਾ ਸਮਝਦਾ ਹੈ, ਸਾਰਾ ਰਾਜ ਉਹਦਾ ਆਪਣਾ ਰਾਜ ਸਮਝਦਾ ਹੈ। ਯਾਨੀ ਬੜਾ ਦੇਸ਼ ਬੜ ਰਾਜ ਦਾ ਮਤਲਬ ਕਿ ਇਹ ਪ੍ਰਭੂ ਦਾ ਬਹੁਤ ਵੱਡਾ ਦੇਸ਼ ਹੈ, ਬਹੁਤ ਵੱਡਾ ਰਾਜ ਹੈ, ਸਾਰਾ ਸੰਸਾਰ। ਇਹਦੇ ਉੱਤੇ ਕਿਸੇ ਦਾ ਦਾਵਾ ਨਹੀਂ ਹੈ, ਇਹ ਸਾਰਿਆਂ ਦਾ ਸਾਂਝਾ ਹੈ। ਗੁਰਬਾਣੀ ਵਿੱਚ ਇੱਕ ਬੜੀ ਪਿਆਰੀ ਪੰਕਤੀ ਹੈ ਜਿਹਦੇ ਰਾਹੀਂ ਸਾਨੂੰ ਸਮਝ ਆਉਂਦੀ ਹੈ, ਪੇਵ ਕੜੇ ਸਾਹੁਰੜੀ ਵਤ ਸਭ ਕਿਛ ਸਾਂਝੀ, ਪੇਵ ਕੜੇ ਤਨ ਵਖੈ ਆਪ ਕੁਚੱਜੀ, ਦੋਸ਼ ਨਾ ਦੇਉ ਜਾਣੋ ਨਾ ਹੀ ਰੱਖੈ। ਹੁਣ ਦੇਖੋ ਇਹ ਚੀਜ਼ ਨਾ ਦੁਨਿਆਵੀ ਮਿਸਾਲ ਨਾਲ ਅਸੀਂ ਨੂੰ ਥੋੜਾ ਜਿਹਾ ਸਮਝੀਏ। ਜਦੋਂ ਸਾਡੀ ਨੂੰਹ ਧੀ ਸਾਡੇ ਘਰ ਆਉਂਦੀ ਹੈ ਜਾਂ ਸਾਡੀ ਬੇਟੀ ਨੂੰਹ ਬਣ ਕੇ ਕਿਸੇ ਦੇ ਘਰ ਜਾਂਦੀ ਹੈ, ਤਾਂ ਨੂੰਹ ਜਿਹੜੀ ਹੈ ਨਾ ਪੇਕਿਆਂ ਤੋਂ ਆਈ, ਉਹ ਸਹੁਰੇ ਘਰ ਦੀ ਪ੍ਰਾਪਰਟੀ ਵਿੱਚ ਆਪਣਾ ਹੱਕ ਜਤਾਉਂਦੀ ਹੈ ਕਿ ਮੈਂ ਇੱਥੇ ਬਰਾਬਰ ਦੀ ਹਿੱਸੇਦਾਰ ਹਾਂ, ਮੇਰਾ ਹੱਕ ਹੈ, ਇਹ ਸਾਰੀਆਂ ਚੀਜ਼ਾਂ ਸਾਂਝੀਆਂ ਨੇ, ਮੇਰਾ ਹੱਕ ਹੈ ਬਿਲਕੁਲ। ਔਰ ਇਹ ਗੱਲ ਉਹਦੀ 100% ਠੀਕ ਹੈ, ਬਿਲਕੁਲ ਹੱਕਦਾਰ ਹੈ ਉਹ। ਜੇ ਘਰ ਵਿੱਚ 4 ਜੀ ਨੇ ਤਾਂ ਉਹ ਚੌਥੇ ਹਿੱਸੇ ਦੀ ਹੱਕਦਾਰ ਹੈ, ਯਾਨੀ ਹੱਕਦਾਰ ਹੈ ਉਹ। ਸਾਰੀਆਂ ਚੀਜ਼ਾਂ ਸਾਂਝੀਆਂ ਨੇ, ਉਹ ਘਰ ਦੀ ਮਾਲਕ ਹੈ ਬਰਾਬਰ ਦੀ। ਇੱਥੋਂ ਤੱਕ ਤੇ ਗੱਲ ਉਹਦੀ ਹੈ ਠੀਕ, ਵੀ ਜਿਹੜੀਆਂ ਸਾਰੀਆਂ ਵਸਤਾਂ ਨੇ ਇਹਨਾਂ ਤੇ ਮੇਰਾ ਹੱਕ ਹੈ, ਇੱਥੋਂ ਤੱਕ ਉਹ ਠੀਕ ਹੈ। ਪਰ ਜਿਹੜੀ ਪੇਕਿਆਂ ਵੱਲੋਂ 4 ਕਿਲੋ ਸਟੀਲ ਲਿਆਈ ਹੈ, ਉਹਨੂੰ ਵੱਖਰੇ ਜੰਦਰੇ ਮਾਰੇ ਨੇ। ਵਖੇਵਾ ਹੋ ਗਿਆ ਨਾ, ਵਖੇਵਾ। ਤਾਂ ਉਹ ਜਿਹੜਾ ਵਖੇਵਾ ਹੈ ਉਹ ਖਰਾਬ ਕਰੇਗਾ। ਅਸੀਂ ਨਾ ਪਿੱਛੇ ਕਾਫੀ ਚਿਰ ਦੀ ਗੱਲ ਹੈ, ਤੇ ਮੈਂ ਪਿੰਡ ਸਾਂ ਤੇ ਉੱਥੇ ਕਿਸੇ ਕੁੜੀ ਦਾ ਸੀ ਵਿਆਹ, ਤੇ ਉਹ ਪੈਕ ਕਰ ਰਹੇ ਸੀ ਦਾਜ। ਸੂਟਾਂ ਦੇ ਉੱਤੇ ਲਾਉਂਦੇ ਨਹੀਂ ਪਰਚੀਆਂ, ਮੋਮਜਾਮੇ ਦੇ ਲਿਫਾਫਿਆਂ ਵਿੱਚ ਪਾ ਕੇ ਪੋਲੀਥੀਨ ਵਿੱਚ, ਤੇ ਉੱਤੇ ਪਰਚੀ ਲਾ ਦੇਣੀ ਹੈ, ਭੂਆ ਦਾ ਸੂਟ ਹੈ, ਨਾਨੀ ਦਾ, ਚਾਚੇ ਦਾ, ਤਾਏ ਦਾ। ਤੇ ਮੈਂ ਗਿਆ ਤੇ ਮੈਂ ਵੀ ਉੱਥੇ ਬਹਿ ਗਿਆ, ਕਹਿੰਦੇ ਗਿਆਨ ਜੀ ਬਹਿ ਜਾਓ। ਤੇ ਉਹ ਜਿਹੜੀ ਗੁੱਡੀਆ ਦੇ ਵਿਆਹ ਸੀ ਨਾ, ਉਹਨੇ 4-5 ਸੂਟ ਬੜੇ ਕੀਮਤੀ ਜਿਹੜੇ ਸਨ, ਸਾਰਿਆਂ ਤੋਂ ਮਹਿੰਗੇ, ਉਹ ਵੱਖਰੇ ਰੱਖ ਦਿੱਤੇ। ਤੇ ਮੈਂ ਆਖਿਆ ਮੋਈਏ ਤੇ ਸਾਰਿਆਂ ਤੋਂ ਚੰਗੇ ਸੂਟ ਨੇ ਤੇ ਤੂੰ ਬਾਹਰ ਕੱਢ ਦਿੱਤੇ ਨੇ, ਇਹ ਸਗੋਂ ਤੂੰ ਲੈ ਕੇ ਜਾ, ਕਮਲੀ ਹੈ। ਕਹਿਣ ਲੱਗੀ ਭਾਜੀ ਕਮਲੀ ਮੈਂ ਨਹੀਂ, ਕਮਲੇ ਤੁਸੀਂ ਹੋ। ਮੈਂ ਕਿਹਾ ਕਿਉਂ, ਮੈਂ ਕਮਲਾ ਕਿਉਂ? ਕਹਿਣ ਲੱਗੀ ਕੱਲ ਨੂੰ ਮੈਂ ਜਾਣਾ ਹੈ ਤੇ ਪੇਟੀ ਲੈ ਕੇ, ਤੇ ਨਨਾਨਾ ਨੇ ਪੇਟੀ ਖੋਲਣੀ ਹੈ, ਤੇ ਪੇਟੀ ਖਲਵਾਈ ਦੇ ਲੈਂਦੀਆਂ ਨੇ ਨਨਾਨਾ ਸੂਟ। ਤੇ ਜੇ ਉਹਨਾਂ ਨੇ ਇਹ ਪੇਟੀ ਖਲਾਈ ਦੇ ਸੂਟ ਚੁੱਕ ਲਏ, ਮੇਰੇ ਪੱਲੇ ਕੀ ਰਹੇਗਾ? ਮੈਂ ਦੂਜੇ ਗੇੜੇ ਲੈ ਕੇ ਜਾਵਾਂਗੀ। ਹੁਣ ਜਿਹੜੀ ਬੇਟੀ ਨੂੰ ਪਹਿਲਾਂ ਹੀ ਪਤਾ ਹੈ ਵੀ ਪੇਟੀ ਖਲਾਈ ਦੇ ਸੂਟ ਉਹਨਾਂ ਚੁੱਕਣੇ ਨੇ, ਉਹ ਨਹੀਂ ਦੇਣੇ, ਤੇ ਉਹ ਜਾ ਕੇ ਕਿੰਨਾ ਕੁ ਬਣਾ ਕੇ ਰੱਖੇਗੀ ਨਾ। ਬਿਰਤੀਆਂ ਨੇ ਨਾ ਐਸੀਆਂ। ਐਸੀ ਬਿਰਤੀ ਜਿਹਦੇ ਅੰਦਰ ਹੋਏਗੀ ਨਾ, ਉਹ ਬੇਟੀ ਮੇਰੀ, ਤੁਹਾਡੀ, ਜਾਂ ਕੋਈ ਵੀ ਵੈਸੇ ਗੱਲ ਕਰ ਰਹੇ ਆ, ਉਹ ਬਣਾ ਕੇ ਨਹੀਂ ਰੱਖ ਪਾਏਗੀ ਨਾ। ਵਖੇਵੇਂ ਜਿਹੜੇ ਨੇ, ਇਹ ਵੱਖਰੇਵੇਂ ਠੀਕ ਨਹੀਂ ਹੈ। ਸਾਰੀਆਂ ਵਸਤੂਆਂ ਜੇ ਸਾਂਝੀਆਂ ਵਰਤੀਆਂ ਜਾਣ ਪਿਆਰ ਦੇ ਨਾਲ ਤੇ ਕਿੰਨਾ ਚੰਗਾ ਹੈ। ਇਹ ਇੱਕ ਮਿਸਾਲ ਸੀ। ਹੁਣ ਸਾਹੁਰੜੀ ਵਤ ਸਭ ਕੁਝ ਸਾਂਝੀ, ਸਾਹੁਰੜੀ ਦਾ ਮਤਲਬ ਰੱਬ ਦੀਆਂ ਪੈਦਾ ਕੀਤੀਆਂ ਵਸਤੂਆਂ ਸਾਰੀਆਂ ਸਾਂਝੀਆਂ ਨੇ। ਰੱਬ ਨੇ ਧਰਤੀ ਬਣਾਈ ਹੈ, ਪਾਕਿਸਤਾਨ, ਇੰਡੀਆ, ਰਸ਼ੀਆ, ਅਮਰੀਕਾ, ਇਹ ਦੇਸ਼ ਅਸੀਂ ਆਪ ਬਣਾਏ ਨੇ। ਸੀਮਾਵਾਂ ਦੇ ਝਗੜੇ ਅਸੀਂ ਖੜੇ ਕੀਤੇ ਨੇ। ਰੱਬ ਨੇ ਬੰਦਾ ਬਣਾਇਆ, ਆ ਜਾਤਾਂ ਅਸਾਂ ਖੁਦ ਖੜੀਆਂ ਕੀਤੀਆਂ ਨੇ। ਸਾਰੀਆਂ ਚੀਜ਼ਾਂ ਸਾਂਝੀਆਂ ਨੇ, ਚੰਦਰਮਾ, ਸੂਰਜ, ਹਵਾ, ਪੌਣ, ਪਾਣੀ, ਕੁਦਰਤ ਦੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਨੇ।
पेव कड़े साहुरड़ी वत सब किछ सांझी सांझियां ने। पेव कड़े तन वखे, पर इस पेके घर विच रहिंदियां ਬੰਦੇ ਨੇ ਵਖੇਵੇਂ ਖੜੇ ਕਰ ਲਏ ਨੇ, ਸੀਮਾਵਾਂ ਦੇ, ਜਾਤਾਂ ਦੇ, ਮੇਰ ਤੇਰ ਦੇ। ਆਪ ਕੁਚੱਜੀ, ਗੁਰੂ ਜੀ ਕਹਿੰਦੇ ਨੇ हे ਪ੍ਰਭੂ ਮੈਂ ਆਪ ਹੀ ਕੁਚੱਜੀ ਹਾਂ। ਬੰਦਾ ਆਪ ਕੁਚੱਜੈ, ਦੋਸ਼ ਨਾ ਦੇਉ ਮੈਂ ਹੋਰ ਕਿਹਦੇ ਦੋਸ਼ ਦਿਆਂ, ਜਾਣੋ ਨਾ ਹੀ ਰੱਖੈ, ਮੈਨੂੰ ਬਣਾ ਕੇ ਰੱਖਣੀ ਆਉਂਦੀ ਹੀ ਨਹੀਂ। ਅਸੀਂ ਵਖੇਵੇਂ ਖੜੇ ਕਰ ਲੈਂਦੇ। ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ। ਅੱਖਰ ਲਿਖੇ ਦਾ ਮਤਲਬ ਜਿਹੜੇ ਮੈਂ ਸੰਸਕਾਰ ਪੈਦਾ ਕਰ ਲਏ ਨੇ, ਆਦਤਾਂ ਬਣਾਉਣੀਆਂ ਨੇ, ਉਹਨਾਂ ਮੁਤਾਬਕ ਮੈਂ ਜ਼ਿੰਦਗੀ ਜੀਂਦਾ ਜਾ ਰਿਹਾ ਹਾਂ। ਤਾਂ ਇੱਥੇ ਦਾਅਵੇ ਦਾਜਨ ਦੀ ਗੱਲ ਕਰ ਰਹੇ ਕਿ ਇਹ ਰੱਬ ਦਾ ਵੱਡਾ ਦੇਸ਼ ਹੈ। ਇੱਥੇ ਦਾਅਵੇ ਨਹੀਂ ਬਣਨੇ ਚਾਹੀਦੇ, ਇੱਥੇ ਵਖੇਵੇਂ ਨਹੀਂ ਕਰਨੇ ਚਾਹੀਦੇ। ਇਹਨਾਂ ਵਖੇਵਿਆਂ ਦੇ ਨਾਲੋਂ ਤੇ ਮੰਗੀ ਹੋਈ ਰੋਟੀ 100 ਗੁਣਾ ਚੰਗੀ ਹੈ, ਜਿਹਦੇ ਵਿੱਚ ਕਈ ਕਿਸਮ ਦਾ ਅਨਾਜ ਹੈ। ਇੱਥੇ ਮੰਗਣ ਦੀ ਪ੍ਰੋੜਤਾ ਨਹੀਂ ਕਰ ਰਹੇ, ਇੱਥੇ ਦਾਅਵਿਆਂ ਦਾ ਖੰਡਨ ਕਰ ਰਹੇ ਨੇ, ਵਖੇਵਿਆਂ ਦਾ ਖੰਡਨ ਕਰ ਰਹੇ ਨੇ। ਤੇ ਅਗਲੇ ਸ਼ਲੋਕ ਦੇ ਵਿੱਚ ਸਾਨੂੰ ਫਿਰ ਹੋਰ ਪਿਆਰ ਦੇ ਨਾਲ ਸਮਝਾ ਰਹੇ ਨੇ, ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ, ਜੋ ਜਨ ਨਿਰਦਾਵੇ ਰਹੇ ਸੋ ਗਨੇ ਇੰਦਰ ਸੋ ਰੰਕ। ਇਹਨੂੰ ਇੰਦਰ ਨਹੀਂ ਪੜਨਾ, ਇੰਦਰ ਪੜਨਾ ਹੈ, ਇੰਦਰ। ਦਾਵੇ ਦਾਜਨ ਹੋਤ ਹੈ, ਦਾਅਵੇ ਦਾ ਮਤਲਬ ਮਲਕੀਅਤਾਂ ਜਿਹੜੇ ਵਖੇਵੇਂ ਨੇ ਕਿ ਇਹ ਮੇਰਾ ਤੇਰਾ। ਦਾਜਨ ਦਾ ਮਤਲਬ ਹੁੰਦਾ ਹੈ ਸੜਨਾ। ਹੁਣ ਜਿੱਥੇ ਦਾਅਵੇ ਨੇ, ਮੇਰ ਤੇਰ ਦੇ ਵਿਤਕਰੇ ਨੇ, ਉਥੇ ਸੜਨ ਹੈ। ਬੰਦਾ ਸੜੇਗਾ, ਇਨਸਾਨੀਅਤ ਸੜੇਗੀ, ਸੁਖ ਸ਼ਾਂਤੀ ਸੜੇਗੀ, ਅਵਗੁਣ ਖਤਮ, ਗੁਣ ਖਤਮ ਹੋ ਜਾਣਗੇ, ਈਰਖਾ ਦਵੇਸ਼ ਦੀ ਅੱਗ ਪੈਦਾ ਹੋਏਗੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ। ਇਹ ਸਭ ਦਾਅਵਿਆਂ ਕਰਕੇ ਅੰਦਰ ਅਗਨ ਪੈਦਾ ਹੋਏਗੀ। ਔਰ ਕਿਵੇਂ ਬੰਦਾ ਸੜ ਰਿਹਾ ਹੈ। ਕਦੇ ਹੀਰੋਸ਼ੀਮਾ ਔਰ ਨਾਗਾਸਾਕੀ ਸ਼ਹਿਰਾਂ ਵੱਲ ਝਾਤ ਮਾਰ ਕੇ ਵੇਖੋ, ਜਿੱਥੇ ਐਟਮ ਬੰਬਾਂ ਦੇ ਨਾਲ ਲੱਖਾਂ ਲੋਕਾਂ ਨੂੰ ਧਵਸਤ ਕਰ ਦਿੱਤਾ ਗਿਆ। ਕਦੇ ਹਿਟਲਰ ਦਾ ਇਤਿਹਾਸ ਪੜ੍ਹ ਕੇ ਵੇਖੋ, ਕਿਵੇਂ ਚੈਂਬਰਾਂ ਦੇ ਅੰਦਰ ਗੈਸਾਂ ਦੇ ਨਾਲ ਲੋਕਾਂ ਨੂੰ ਸਾੜਿਆ ਗਿਆ। ਕਦੇ ਔਰੰਗਜ਼ੇਬ ਨੂੰ ਪੜ੍ਹ ਕੇ ਵੇਖੋ, ਜਾਂ 84 ਦੇ ਅੰਦਰ ਸਿੱਖਾਂ ਦੇ ਨਾਲ ਜੋ ਕੁਛ ਹੋਇਆ। ਇਹ ਸਾਰਾ ਕੁਛ ਕੀ ਕੁਛ ਵਾਪਰ ਰਿਹਾ ਹੈ, ਦਾਅਵੇ ਦਾਜਨ ਹੋਤ ਹੈ। ਹੁਣ ਆ ਕਿਸਾਨਾਂ ਨੂੰ ਦੇਖ ਲਓ, ਨਹੀਂ ਚਾਹੁੰਦੇ ਉਹ ਕਾਨੂੰਨ, ਉਹਨਾਂ ਦੇ ਉੱਤੇ ਥੋਪੇ ਜਾ ਰਹੇ ਨੇ ਧੱਕੇ ਨਾਲ। ਤਾਂ ਹੈ ਨਾ ਦਾਅਵੇ ਦਾਜਨ। ਜਿੱਥੇ ਇਹੋ ਜਿਹੇ ਵਿਤਕਰੇ ਹੋਣਗੇ ਉੱਥੇ ਜਲਨ ਹੋਏਗੀ। ਸਰਕਾਰਾਂ ਜਿਹੜਾ ਨੇ ਜ਼ੁਲਮ ਕਰਨਗੀਆਂ, ਬੰਦੇ ਜ਼ੁਲਮ ਕਰਨਗੇ। ਇਸ ਲਈ ਕਬੀਰ ਜੀ ਕਹਿੰਦੇ ਨੇ ਇਹਨਾਂ ਵਖੇਵਿਆਂ ਤੋਂ ਬਚਣਾ ਚਾਹੀਦਾ ਹੈ। ਦਾਅਵੇ ਦਾਜਨ ਹੋਤ ਹੈ, ਜਿੱਥੇ ਦਾਅਵੇ ਨੇ, ਵਖੇਵੇਂ ਨੇ, ਉਥੇ ਸੜਨ ਹੈ। ਮੇਰ ਤੇਰ ਦੇ ਵਿਤਕਰੇ ਨੇ, ਚਾਹੇ ਉਹ ਘਰਾਂ ਵਿੱਚ ਨੇ, ਰਿਸ਼ਤਿਆਂ ਵਿੱਚ ਨੇ, ਪਰਿਵਾਰਾਂ ਵਿੱਚ ਨੇ, ਸਮਾਜ ਵਿੱਚ ਨੇ, ਰਾਜਨੀਤੀ ਵਿੱਚ ਨੇ। ਨਿਰਦਾਵੇ ਰਹੇ ਨਿਸੰਕ, ਪਰ ਜਿਹੜਾ ਮਨੁੱਖ ਕੋਈ ਦਾਵਾ ਨਹੀਂ ਕਰਦਾ, ਮੇਰ ਤੇਰ ਦਾ ਵਖੇਵਾ ਨਹੀਂ ਕਰਦਾ। ਨਿਸੰਕ ਦਾ ਮਤਲਬ ਉਹ ਬੇਫਿਕਰ ਹੈ, ਉਹਨੂੰ ਕੋਈ ਫਿਕਰ ਨਹੀਂ, ਉਹ ਚਿੰਤਾ ਤੋਂ ਰਹਿਤ, ਕਿਉਂਕਿ ਮੇਰ ਤੇਰ ਦਾ ਵਿਤਕਰਾ ਹੀ ਨਹੀਂ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੁਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਜੋ ਜਨ ਨਿਰਦਾਵੇ ਰਹੇ, ਜਿਹੜਾ ਮਨੁੱਖ ਨਿਰਦਾਵਾ ਹੈ, ਜੋ ਦਾਅਵੇ ਨਹੀਂ ਕਰਦਾ, ਮੇਰ ਤੇਰ ਦੇ ਵਿਤਕਰੇ ਨਹੀਂ ਬਣਾਉਂਦਾ, ਸੋ ਗਨੇ ਇੰਦਰ ਸੋ ਰੰਕ, ਉਹ ਇੰਦਰ ਦੇਵਤੇ ਵਰਗਿਆਂ ਨੂੰ ਵੀ ਕੰਗਾਲ ਸਮਝਦਾ। ਜਿਹੜਾ ਬੰਦਾ ਦਾਅਵਿਆਂ ਵਿੱਚ ਨਹੀਂ ਨਾ, ਮੇਰ ਤੇਰ ਦੇ ਵਿਤਕਰਿਆਂ ਵਿੱਚ ਨਹੀਂ। ਹੁਣ ਇੰਦਰ ਦੇਵਤੇ ਨੂੰ 33 ਕਰੋੜ ਦੇਵਤਿਆਂ ਦਾ ਸਰਦਾਰ ਮੰਨਿਆ ਜਾਂਦਾ ਹੈ, ਲੋਕ ਮੰਨਦੇ ਨੇ, ਪੂਜਦੇ ਨੇ। ਪਰ ਜਿਹੜਾ ਨਿਰਦਾਵੇ ਰਹਿੰਦਾ ਹੈ, ਜਿਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ, ਉਹ ਇੰਦਰ ਵਰਗਿਆਂ ਨੂੰ ਕੰਗਾਲ ਸਮਝਦਾ ਹੈ। ਕਿਉਂਕਿ ਇੰਦਰ ਦਾ ਜੀਵਨ, ਉਹਨੇ ਜੀਵਨ ਨੂੰ ਦੇਖਣਾ ਹੈ, ਉਹ ਖੁਸ਼ਾਮਦ ਨਹੀਂ ਕਰਦਾ ਕਿਸੇ ਧਨਾੜ ਦੀ। ਸੋ ਗਨੇ ਇੰਦਰ ਸੋ ਰੰਕ ਦਾ ਮਤਲਬ ਜਿੰਨਾ ਮਰਜੀ ਕੋਈ ਅਮੀਰ ਹੋਵੇ, ਜਿੰਨਾ ਮਰਜੀ ਕਿਸੇ ਦੇ ਕੋਲ ਧਨ ਦੌਲਤ ਹੋਵੇ, ਤੇ ਜਿਹੜਾ ਨਿਰਦਾਵੇ ਰਹਿਣ ਵਾਲਾ ਹੈ ਨਾ, ਜਿਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ, ਉਹ ਕਦੇ ਕਿਸੇ ਦੀ ਖੁਸ਼ਾਮਦ ਨਹੀਂ ਕਰੇਗਾ। ਉਹ
ਨਿਰਗੁਣ ਆ ਰਹੇ ਆ, ਜਿਹੜੇ ਨਿਰਗੁਣ ਨੇ, ਨਿਰਗੁਣੀ ਨੇ, ਜਿਨ੍ਹਾਂ ਵਿੱਚ ਗੁਣ ਨਹੀਂ, ਉਹਨਾਂ ਨੂੰ ਉਹ ਕੰਗਾਲ ਹੀ ਕਹੇਗਾ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਨਾ, ਰਾਜੇ ਸ਼ੀਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤੇ ਹੋ ਚਟ ਜਾਓ। ਕਬੀਰ ਜੀ ਕਹਿ ਰਹੇ ਨੇ, ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਯਾਨੀ ਜੋ ਰੱਬੀ ਹੁਕਮ ਵਿੱਚ ਤੁਰਨ ਵਾਲਾ ਹੈ, ਜੋ ਮੇਰ ਤੇਰ ਦੇ ਵਿਤਕਰਿਆਂ ਵਿੱਚ ਨਹੀਂ ਹੈ, ਤਾਂ ਉਹ ਵਿਤਕਰੇ ਪਾਉਣ ਵਾਲਿਆਂ ਨੂੰ ਬਿਲਕੁਲ ਕੰਗਾਲ ਹੀ ਸਮਝੇਗਾ। ਉਹ ਕਿਸੇ ਦੀ ਚਾਪਲੂਸੀ ਨਹੀਂ ਕਰੇਗਾ, ਉਹ ਖੁਸ਼ਾਮਦ ਨਹੀਂ ਕਰੇਗਾ। ਉਹ ਬੰਦਾ ਨਿਸ਼ਚਿੰਤ ਰਹਿ ਸਕਦਾ ਹੈ ਜੋ ਇਹਨਾਂ ਦਾਅਵਿਆਂ ਤੋਂ ਉੱਤੇ ਹੈ। ਇਸ ਲਈ ਦਾਅਵੇ ਛੱਡ ਕੇ, ਮੇਰ ਤੇਰ ਦੇ ਵਿਤਕਰੇ ਛੱਡ ਕੇ, ਇਸ ਦੁਨੀਆ ਦੇ ਅੰਦਰ ਹਰ ਇਨਸਾਨ ਨੂੰ ਪਿਆਰ, ਮੁਹੱਬਤ ਔਰ ਨਿਮਰਤਾ ਵਾਲੀ ਜ਼ਿੰਦਗੀ ਜੀਣੀ ਚਾਹੀਦੀ ਹੈ, ਜਿਸ ਕਰਕੇ ਇਹ ਸੰਸਾਰ, ਇਹ ਸਮਾਜ, ਸਾਡੀ ਜ਼ਿੰਦਗੀ, ਸਾਡੇ ਪਰਿਵਾਰ ਸਵਰਗ ਬਣ ਜਾਣ। ਇਹ ਦੁਨੀਆ ਬੇਗਮਪੁਰਾ ਹੋ ਜਾਏ, ਇਹ ਹਰ ਕਾ ਬਾਗਰਾ ਹੋ ਜਾਏ, ਇਹ ਜਗ ਸੱਚੇ ਕੀ ਹੈ ਕੋਠੜੀ ਸਾਨੂੰ ਪ੍ਰਤੀਤ ਹੋਣ ਲੱਗ ਜਾਏ ਔਰ ਸਾਡੀ ਜ਼ਿੰਦਗੀ ਸਫਲੀ ਹੋ ਜਾਏ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਹੁਣ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਸਵਾਲ ਪੁੱਛਣਾ ਹੋਵੇ ਉਹ ਅਨਮਿਊਟ ਹੋ ਜਾਓ, ਬਾਰ-ਬਾਰ ਕਹਿਣਾ ਨਾ ਪਵੇ। ਔਰ ਜਿਨ੍ਹਾਂ ਨੇ ਕੋਈ ਆਪਣਾ ਵਿਚਾਰ ਦੇਣਾ ਹੋਵੇ ਉਹ ਆਪਣਾ ਵਿਚਾਰ ਵੀ ਦੇ ਸਕਦੇ ਹੋ। ਤੇ ਜਿਹੜੀਆਂ ਮੇਰੀਆਂ ਭੈਣਾਂ ਔਰ ਵੀਰ ਫੇਸਬੁੱਕ ਤੇ ਸਰਵਣ ਕਰ ਰਹੇ ਨੇ, ਮੈਂ ਤਹਿ ਦਿਲੋਂ ਆਪ ਸਾਰਿਆਂ ਵੀਰਾਂ ਭੈਣਾਂ ਦਾ ਧੰਨਵਾਦ ਕਰਦਾ ਜੋ ਆਪ ਇੰਨਾ ਪਿਆਰ ਬਖਸ਼ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੁਸੀਂ ਕਿਸੇ ਨੇ ਵੀ ਕੋਈ ਸਵਾਲ ਪੁੱਛਣਾ ਜੀ ਅੱਜ ਦੀ ਕਥਾ ਦੇ ਵਿੱਚੋਂ, ਹਮੇਸ਼ਾ ਦੀ ਤਰ੍ਹਾਂ ਜਿੱਦਾਂ ਆਪ ਕਹੀਦਾ ਹੁੰਦਾ ਜੀ ਕਿ ਤੁਸੀਂ ਅਨਮਿਊਟ ਹੋ ਜਾਓ। ਅਨਮਿਊਟ ਹੋ ਕੇ ਤੁਸੀਂ ਆਪਣਾ ਸਵਾਲ ਰੱਖ ਲਓ ਤਾਂ ਕਿ ਗਿਆਨੀ ਜੀ ਤੁਹਾਨੂੰ ਉਹਦਾ ਜਵਾਬ ਦੇ ਦੇਣਗੇ। ਗਿਆਨੀ ਸਾਡੇ ਨਾਲ ਜਸਵੀਰ ਕੌਰ ਜੀ, ਤੁਸੀਂ ਅਨਮਿਊਟ ਹੋਏ ਆ, ਤੁਸੀਂ ਆਪਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਜਿੱਥੇ ਸ਼ੁਰੂ ਕੀਤਾ ਸੀਗਾ ਉਹ ਮੈਂ ਸੁਣਿਆ ਨਹੀਂ ਸੀਗਾ। ਉਹ ਕਬੀਰ ਧੁਨੀ ਪਈ, ਕਬੀਰ ਧੂਨੀ ਪਾਈ ਥਿਤ ਪਈ, ਸਤਿਗੁਰ ਬੰਦੀ ਤੀਰ। ਇਹਦਾ ਕੀ? ਇਹਦਾ ਮਤਲਬ ਹੈਗਾ, ਥੂਣੀ ਪਾਈ ਦਾ ਮਤਲਬ ਗੁਰੂ ਦੇ ਸ਼ਬਦ ਦੀ ਥੂਣੀ। ਜਿਵੇਂ ਸੁਖਮਨੀ ਸਾਹਿਬ ਵਿੱਚ ਅਸੀਂ ਪੜ੍ਹਨੇ ਆ ਨਾ, ਜਿਉਂ ਮੰਦਰ ਕੋ ਥਾਮੈ ਥੰਮਨ, ਤਿਉ ਗੁਰੂ ਕਾ ਸ਼ਬਦ ਮਨੇ ਅਸਥੰਮਨ। ਇੱਥੇ ਥੂਣੀ ਦਾ ਮਤਲਬ ਗੁਰੂ ਦੇ ਸ਼ਬਦ ਦਾ ਸਹਾਰਾ। ਜਿਹਨੂੰ ਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਗਿਆ, ਹਾਂਜੀ, ਇਤ ਭਈ ਦਾ ਮਤਲਬ ਉਹਦਾ ਮਨ ਟਿਕਾਵ ਵਿੱਚ ਆ ਜਾਂਦਾ। ਉਹਦਾ ਮਨ ਫਿਰ ਦਾਵੇ ਦਾਜਨ ਵੱਲ ਜਾਂ ਊਚ ਭਵਨ ਕਾਮਨੀ ਜਾਂ ਵਿਕਾਰਾਂ ਵਾਲੇ ਪਾਸੇ ਦੌੜਦਾ ਨਹੀਂ। ਸਤਿਗੁਰ ਬੰਦੀ ਧੀਰ ਦਾ ਮਤਲਬ ਸਤਿਗੁਰੂ ਨੇ ਧੀਰਜ ਦੇ ਦਿੱਤੀ, ਯਾਨੀ ਜਿਹਨੂੰ ਸਤਿਗੁਰੂ ਨੇ ਸਹਾਰਾ ਦਿੱਤਾ, ਜਿਹਨੂੰ ਗੁਰੂ ਸ਼ਬਦ ਦਾ ਆਸਰਾ ਮਿਲ ਗਿਆ, ਉਹਦੇ ਮਨ ਦੇ ਅੰਦਰ ਸ਼ਾਂਤੀ ਆ ਗਈ। ਕਬੀਰ ਹੀਰਾ ਬਣਜਿਆ। ਹੀਰਾ ਦਾ ਮਤਲਬ ਪ੍ਰਭੂ ਦਾ ਹੁਕਮ, ਰੱਬੀ ਗੁਣ। ਵਣਜਿਆ ਦਾ ਮਤਲਬ ਪ੍ਰਾਪਤ ਕਰ ਲੈ। ਮਾਨਸਰੋਵਰ ਤੀਰ ਦਾ ਮਤਲਬ ਸਤਸੰਗਤ ਦੇ ਅੰਦਰ। ਇੱਥੇ ਮਾਨਸਰੋਵਰ ਦਾ ਅਰਥ ਹੈਗਾ ਸਤਸੰਗ ਵਿੱਚ, ਕਿ ਸਤਸੰਗ ਵਿੱਚ ਜਾ ਕੇ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਪ੍ਰਭੂ ਦੇ ਗੁਣਾਂ ਦੇ ਹੀਰੇ ਬਣਜ ਲੈਣੇ ਔਰ ਮੈਨੂੰ ਗੁਰੂ ਦੇ ਸ਼ਬਦ ਦੇ ਸਹਾਰਾ ਮਿਲਿਆ, ਜਿਸ ਕਰਕੇ ਮੇਰੀ ਜ਼ਿੰਦਗੀ ਅੰਦਰ ਸ਼ਾਂਤੀ ਆ ਗਈ। ਧੰਨਵਾਦ, ਥੈਂਕ ਯੂ, ਧੰਨਵਾਦ, ਮਿਹਰਬਾਨੀ। ਠੀਕ ਹੈ ਜੀ, ਧੰਨਵਾਦ। ਤੋਂ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ, ਤੇ ਕੱਲ ਨੂੰ ਆਪਾਂ ਫੇਰ ਮੁੜ ਕੇ ਇਸੇ ਪਲੇਟਫਾਰਮ ਤੇ ਆਵਾਂਗੇ ਜੀ 1 ਵਜੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਤਾਂ ਜੀ ਛੁੱਟੀਆਂ ਲਈਏ। ਬਿਲਾਵ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।